ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਰਾਮ ਰਾਮ। ਹੈਲੋ ਸਾਥੀਓ, ਸਭ ਤੋਂ ਪਹਿਲੇ ਤਾਂ ਧੰਨਵਾਦ, ਤੁਸੀਂ ਸਾਰੇ ਟਾਈਮ ਕੱਢ ਕੇ ਆਏ। ਅੱਜ ਦਾ ਮੇਨ ਪ੍ਰੈਸ ਕਾਨਫਰੰਸ ਦਾ ਆਪਣਾ ਜਿਹੜਾ ਮੁੱਦਾ ਹੈ, ਮੇਰਾ ਮੰਨਣਾ ਹੈ ਵੀ ਜਿਹੜੇ ਅਬੋਹਰ ਦੇ ਲੋਕ ਹੈ, ਅਬੋਹਰ ਹਲਕੇ ਦੇ, ਉਹਨਾਂ ਨੂੰ ਐਟਲੀਸਟ ਮੇਰਾ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਵੀ ਪਿਛਲੀ ਵਾਰ ਵੀ ਜਦੋਂ ਸੈਸ਼ਨ ਹੋਇਆ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਵੀ ਤੁਹਾਡਾ ਨੁਮਾਇੰਦਾ ਉੱਥੇ ਕੀ ਕੁਝ ਕਰਕੇ ਆਇਆ, ਕੀ ਉੱਥੇ ਮੁੱਦੇ ਉਠਾਏ, ਕੀ ਲੋਕਾਂ ਦੀ ਆਵਾਜ਼ ਉੱਥੇ ਤੱਕ ਪਹੁੰਚਾਈ। ਅਤੇ ਅਸੀਂ ਵਿਪਕਸ਼ ਦੇ ਵਿੱਚ ਹੈਗੇ ਹਾਂ। ਐਂਡ ਇਸ ਵਾਰੀ ਦਾ ਜਿਹੜਾ ਬਜਟ ਸੈਸ਼ਨ ਹੈ ਉਹਦੇ ਵਿੱਚ ਉਸ ਤੋਂ ਪਹਿਲੇ ਮੈਂ ਥੋੜ੍ਹਾ ਜਿਹਾ ਇੱਕ ਗੱਲ ਕਰਨਾ ਚਾਹੁੰਦਾ। ਗਵਰਨਮੈਂਟ ਆਫ ਇੰਡੀਆ ਦੀ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਰਿਪੋਰਟ ਹੈ, ਜਿਹੜਾ ਕੁਝ ਗੱਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਲੈਕਸ਼ਨਾਂ ਤੋਂ ਪਹਿਲੇ ਕਹਿੰਦੀ ਸੀ ਵੀ ਅਸੀਂ ਲੰਬੇ ਸੈਸ਼ਨਸ ਅਸੀਂ ਕਰਾਂਗੇ। ਐਂਡ ਮੈਂ ਪੰਜਾਬ ਦੀ ਤੁਹਾਨੂੰ ਥੋੜ੍ਹੀ ਜਿਹੀ ਐਵਰੇਜ ਸ਼ੇਅਰ ਕਰਨਾ ਚਾਹੁੰਦਾ ਵੀ ਆਪਣੇ ਦੇਸ਼ ਦੀ ਐਵਰੇਜ ਹੈ 20 ਦਿਨ, ਵਿਧਾਨ ਸਭਾ ਚੱਲਦੀ ਹੈ 20 ਦਿਨ, ਐਂਡ ਪੰਜਾਬ ਦੀ ਐਵਰੇਜ ਹੈ 13 ਦਿਨ। ਐਂਡ ਇਸ ਵਾਰੀ ਵੀ ਜਿਹੜਾ ਸੈਸ਼ਨ 2 ਹਫ਼ਤੇ ਦਾ ਹੋਣਾ ਸੀਗਾ, ਇਟ ਹੈਜ਼ ਬੀਨ ਕੱਟ ਡਾਊਨ। ਐਂਡ ਅਗਲੇ ਹਫ਼ਤੇ ਵੀ ਜਿਹੜਾ ਸੈਸ਼ਨ ਹੋਣਾ ਸੀ ਉਹ ਸਿਰਫ ਮਾਤਰ 1 ਦਿਨ ਦਾ, 22 ਤਰੀਕ ਨੂੰ 1 ਦਿਨ ਹੋਰ ਹੋਊਗਾ। ਐਂਡ ਉਹਦੇ ਬਾਅਦ ਇਸ ਇਜ਼ ਵਨ ਆਫ ਦਾ ਸ਼ਾਰਟੈਸਟ ਬਜਟ ਸੈਸ਼ਨਸ। ਐਂਡ ਇੱਕ ਹੋਰ ਮੈਂ ਤੁਹਾਡੇ ਨਾਲ ਐਵਰੇਜ ਸ਼ੇਅਰ ਕਰਨਾ ਚਾਹੁੰਦਾ ਵੀ ਪੰਜਾਬ ਦੇ ਜਿਹੜੇ ਬਿੱਲਸ ਹੈ, ਜਿਹੜੇ ਬਿੱਲ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਂਦੇ ਆ, ਅਤੇ ਉਹਦੇ ਉੱਤੇ ਡਿਸਕਸ਼ਨਸ, ਮਤਲਬ ਵਿਧਾਨ ਸਭਾ ਬਣੀ ਇਸ ਕਰਕੇ ਹੈ ਵੀ ਜਿਹੜਾ ਵੀ ਕੋਈ ਕਾਨੂੰਨ ਬਣਦਾ ਹੈ ਉਹਦੇ ਉੱਤੇ ਡਿਸਕਸ਼ਨ ਹੋਵੇ, ਉਹਦੇ ਉੱਤੇ ਸੰਵਾਦ ਹੋਵੇ। ਲੇਕਿਨ ਪੰਜਾਬ ਦੇ ਵਿੱਚ ਲਗਭਗ ਸਾਰੇ ਬਿੱਲ 1 ਦਿਨ 'ਚ ਹੀ ਪਾਸ ਹੋ ਜਾਂਦੇ। ਅਤੇ ਕੁਝ ਕੁਝ ਚੀਜ਼ਾਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਬਜਟ ਦੇ ਉੱਤੇ ਪਿਛਲੀ ਵਾਰੀ ਜਦੋਂ ਬਜਟ ਬਣਿਆ ਸੀਗਾ, ਤੁਹਾਨੂੰ ਧਿਆਨ ਹੋਣਾ ਹੈ, ਆਮ ਲੋਕਾਂ ਦਾ ਬਜਟ ਉਹਨੂੰ ਕਿਹਾ ਗਿਆ ਸੀਗਾ। ਐਂਡ ਸਰਕਾਰ ਹਰ ਮਤਲਬ ਵੱਖ-ਵੱਖ ਲੋਕਾਂ ਨੂੰ, ਖੇਤੀਬਾੜੀ ਨਾਲ ਸੰਬੰਧਿਤ ਟਰੇਡਰਸ, ਮਜ਼ਦੂਰ, ਸਾਰਿਆਂ ਨੂੰ ਜਾ ਕੇ ਮਿਲੇ ਸੀਗੇ, ਉਹਨਾਂ ਤੋਂ ਫੀਡਬੈਕ ਲੈ ਕੇ ਉਹਨਾਂ ਨੇ ਕਿਹਾ ਵੀ ਅਸੀਂ ਬਜਟ ਤਿਆਰ ਕੀਤਾ ਹੈ। ਬਟ ਇਸ ਵਾਰੀ ਉਹ ਵੀ ਕਿਤੇ ਨਾ ਕਿਤੇ ਮਿਸਿੰਗ ਸੀਗਾ। ਮਤਲਬ ਬਜਟ ਦੀ ਜਿਹੜੀ ਪ੍ਰਤੀਕਿਰਿਆ ਹੈ, ਕਿਸੇ ਤੋਂ ਫੀਡਬੈਕ ਨਹੀਂ ਲਿੱਤਾ ਗਿਆ। ਅਗੇਨ ਜਿਹੜਾ ਬਜਟ ਇਸ ਵਾਰੀ ਆਇਆ ਹੈ, ਅੱਜ ਵੀ ਇੱਕ ਵੱਡੀ ਸਟੋਰੀ ਆਈ ਹੋਈ ਹੈ, ਉਹਦੇ ਵਿੱਚ ਉਹ ਲਿਖਦੇ ਹੈ with little emphasis on generating resources। ਜਿਹੜਾ ਇਸ ਵਾਰ ਦਾ ਬਜਟ ਸੀਗਾ, ਜਿਹੜਾ ਬਜਟ 1,96,462 ਕਰੋੜ ਦਾ, ਉਹਦੇ ਵਿੱਚ ਕੋਈ ਰਿਸੋਰਸ ਜਨਰੇਸ਼ਨ ਦੀ ਗੱਲ ਅਗੇਨ ਕਿੱਥੇ ਹੀ ਨਹੀਂ, ਵੀ ਰੈਵਨਿਊ ਜਿਹੜਾ ਹੈ ਉਹਨੂੰ ਕਿਵੇਂ ਇੰਕਰੀਜ਼ ਕਰਾਂਗੇ। ਐਂਡ ਤੁਹਾਨੂੰ ਯਾਦ ਹੋਣਾ ਹੈ ਕੇਜਰੀਵਾਲ ਸਾਹਿਬ ਬੜੇ ਹੌਸਲੇ ਨਾਲ ਕਰਦੇ ਸੀਗੇ ਗੱਲਾਂ ਵੀ ਸਿਰਫ 3 ਚੀਜ਼ਾਂ ਦੇ ਵਿੱਚੋਂ ਅਸੀਂ 1000 ਕਰੋੜ ਦਾ ਰੈਵਨਿਊ ਜਿਹੜਾ ਹੈ ਉਹ ਅਸੀਂ ਵਧਾ ਦਿਆਂਗੇ। ਉਹ ਕੀ ਸੀ? ਮਾਈਨਿੰਗ, ਐਕਸਾਈਜ਼ ਅਤੇ ਭ੍ਰਿਸ਼ਟਾਚਾਰ ਨੂੰ ਰੋਕ ਕੇ ਅਸੀਂ ਥਾਊਜ਼ੈਂਡਸ ਆਫ ਕਰੋੜਸ, ਮਤਲਬ 20,000 ਤੋਂ ਜ਼ਿਆਦਾ ਕਰੋੜਾਂ ਦੀ ਗੱਲ ਹੋਈ ਸੀ। ਅਤੇ ਉਹ ਹੁਣ 2 ਬਜਟ ਆ ਚੁੱਕੇ ਹੈ ਅਤੇ ਕਿੱਥੇ ਹੀ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਕਿ ਆਹ ਰੈਵਨਿਊ ਮਤਲਬ ਰੇਜ਼ ਕਿੱਥੋਂ ਹੋਊਗਾ, ਉਹੀ ਬਜਟ। ਐਂਡ ਐਗਰੀਕਲਚਰ ਦੀ ਜੇ ਮੈਂ ਗੱਲ ਕਰਾਂ, ਕਿਉਂਕਿ ਆਪਣਾ ਹਲਕਾ ਜਿਹੜਾ ਆਪਣੇ ਅਬੋਹਰ ਦੀ ਮੰਡੀ ਜਿਹੜੀ ਹੈ, ਸਾਰਾ ਕੁਝ ਖੇਤੀਬਾੜੀ ਦੇ ਉੱਤੇ ਨਿਰਭਰ ਕਰਦਾ ਹੈ। ਜੇ ਫਸਲ ਚੰਗੀ ਹੋਊਗੀ ਤਾਂ ਹੀ ਮਜ਼ਦੂਰ ਨੂੰ ਮਜ਼ਦੂਰੀ ਮਿਲੂਗੀ, ਤਾਂ ਹੀ ਉਹ ਫਸਲ ਮੰਡੀ 'ਚ ਆਊਗੀ, ਅਤੇ ਆਪਣਾ ਜਿੰਨਾ ਵੀ ਅਬੋਹਰ ਮੰਡੀ ਦੇ ਜਿਹੜੇ ਦੁਕਾਨਦਾਰ ਭਰਾ ਹੈ, ਜਿਹੜਾ ਵਪਾਰ ਹੈ, ਸਾਰਾ ਉਹਦੇ ਨਾਲ ਜੁੜਿਆ। ਅਤੇ 13,000 ਕਰੋੜ ਦਾ ਬਜਟ ਹੈ ਵੈਸੇ ਕਹਿਣ ਨੂੰ ਤਾਂ, ਲੇਕਿਨ ਉਹਨੂੰ ਤੁਸੀਂ ਧਿਆਨ ਨਾਲ ਜੇ ਵੇਖੋ ਅਤੇ ਉਹਦੇ ਵਿੱਚੋਂ 9,000 ਕਰੋੜ ਤਾਂ ਸਿਰਫ ਅਤੇ ਸਿਰਫ ਸਬਸਿਡੀ ਹੈ ਬਿਜਲੀ ਦੀ। ਐਂਡ 1000 ਕਰੋੜ ਉਹਨਾਂ ਨੇ ਡਾਈਵਰਸੀਫਿਕੇਸ਼ਨ ਵਾਸਤੇ ਰੱਖਿਆ। ਐਂਡ ਉਹ ਵੀ 1000 ਕਰੋੜ ਜਿਹੜਾ ਡਾਈਵਰਸੀਫਿਕੇਸ਼ਨ ਵਾਸਤੇ ਰੱਖਿਆ ਹੈ, ਉਹਦੇ ਵਿੱਚ ਜ਼ਿਆਦਾ ਅਮਾਊਂਟ ਤਾਂ ਹੈਗਾ ਹੈ ਵੀ ਉਹਨੂੰ ਜੇ ਰੇਟ ਚਾਵਲ ਦਾ ਜਾਂ ਜੇ ਫਲਕਚੁਏਟ ਹੋ ਜਾਂਦਾ ਉਹਨੂੰ ਖਰੀਦਣ ਵਾਸਤੇ, ਐਕਚੁਅਲ ਦੇ ਵਿੱਚ ਦਾ ਕੋਈ ਉਹਦੇ ਵਿੱਚ ਡਾਈਵਰਸੀਫਿਕੇਸ਼ਨ ਵਾਸਤੇ ਕੋਈ ਪੈਸਾ ਹੈ ਹੀ ਨਹੀਂ। ਅਤੇ ਬਜਟ ਰਹਿ ਗਿਆ 3000 ਕਰੋੜ ਦਾ ਖੇਤੀਬਾੜੀ ਦਾ। ਐਂਡ ਪੰਜਾਬ ਵੀ ਇੱਕ ਖੇਤੀਬਾੜੀ ਸੂਬਾ ਹੈ, ਉਹਦੇ ਨਾਲ ਸਾਰਾ ਕੁਝ ਆਪਣਾ ਕੰਮ ਚੱਲਦਾ ਹੈ। ਅਤੇ ਇਹ ਮੈਂ ਇੱਕ ਉਦਾਹਰਣ ਦੇਣਾ ਚਾਹੁੰਦਾ ਸੀ। ਕੁਝ ਗੱਲਾਂ ਜਿਹੜੀ ਮੈਂ ਉੱਥੇ ਵਿਧਾਨ ਸਭਾ ਦੇ ਵਿੱਚ ਜਿਹੜੇ ਮੁੱਦੇ ਮੈਂ ਪਿਛਲੇ ਹਫ਼ਤੇ ਦੇ ਵਿੱਚ ਮੇਰੇ ਜਿਹੜੇ ਕੁਐਸਚਨਸ ਲੱਗੇ ਸੀ, ਕੁਐਸਚਨ ਅਨਫੋਰਚੂਨੇਟਲੀ ਮੈਂ 10 ਕੁਐਸਚਨ ਲਾਏ ਸੀ, ਲੱਗਿਆ ਇੱਕੋ ਹੀ ਸੀਗਾ। ਮੈਂ ਕੁਐਸਚਨ ਲਾਇਆ ਸੀ ਵੀ ਪੰਜਾਬ ਸਰਕਾਰ ਜਿਹੜਾ ਬੀਜ ਹੈ ਅਤੇ ਜਿਹੜੀ ਦਵਾਈਆਂ ਹੈ, ਪੈਸਟੀਸਾਈਡ ਹੈ,
ਉਹਨਾਂ ਨੂੰ ਟਰੈਕ ਕਰਨ ਵਾਸਤੇ ਕਦੋਂ ਤੱਕ ਉਹ ਸਿਸਟਮ ਲੈ ਕੇ ਆਊਗੀ। ਐਂਡ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ, ਮੈਂ ਸਰਕਾਰ ਨੂੰ ਤੇ ਮੈਂ ਧਾਲੀਵਾਲ ਸਾਹਿਬ ਨੂੰ ਆ ਕਿਹਾ ਵੀ ਸੀਗਾ ਵੀ ਉਹਨਾਂ ਨੇ ਇਸ ਬਜਟ ਦੇ ਵਿੱਚ ਟਰੈਕ ਐਂਡ ਟਰੇਸ ਸਿਸਟਮ ਬੀਜ ਦੀ ਕੁਆਲਿਟੀ ਵਾਸਤੇ ਕੁਝ ਪੈਸੇ ਦੀ ਐਲੋਕੇਸ਼ਨ ਕੀਤੀ ਹੈ, ਤੇ ਉਹਨਾਂ ਨੇ ਮੈਨੂੰ ਜਵਾਬ ਦਿੱਤਾ ਸੀ ਵੀ ਹੁਣ ਜਿਹੜੀ ਸੋਣੀ ਦੀ ਫਸਲਾਂ ਆਊਗੀ ਉਸ ਟਾਈਮ ਤੱਕ ਆਹ ਸਿਸਟਮ ਲਾਗੂ ਕਰ ਦੇਣਗੇ। ਆਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਕਿਸਾਨ ਕਈ ਵਾਰੀ ਮਜਬੂਰੀ ਦੇ ਵਿੱਚ ਖੁਦਕੁਸ਼ੀ ਤੱਕ ਜਦੋਂ ਖੁਦਕੁਸ਼ੀ ਕਰਨੀ ਪੈ ਜਾਂਦੀ ਕਿਸਾਨ ਨੂੰ ਮਜਬੂਰ ਹੋ ਕੇ, ਉਹਦੇ ਵਿੱਚ ਇੱਕ ਵੱਡਾ ਫੈਕਟਰ ਹੈ ਨਕਲੀ ਬੀਜ ਤੇ ਨਕਲੀ ਦਵਾਈ। ਨਕਲੀ ਬੀਜ ਵਾਸਤੇ ਉਹ ਕੁਝ ਐਲੋਕੇਸ਼ਨ ਕੀਤੀ ਹੈ, ਲੇਕਿਨ ਪੈਸਟੀਸਾਈਡ ਵਾਸਤੇ ਮੈਂ ਹੁਣ ਸਪੀਕਰ ਸਾਹਿਬ ਨੂੰ ਮੈਂ ਚਿੱਠੀ ਵੀ ਲਿਖਣ ਜਾ ਰਿਹਾ ਕਿਉਂਕਿ ਜਵਾਬ ਅੱਧਾ ਦਿੱਤਾ ਸਰਕਾਰ ਨੇ ਮੈਨੂੰ ਬੀਜ ਦਾ ਤਾਂ ਦੱਸਤਾ ਵੀ ਕਦੋਂ ਤੱਕ ਅਸੀਂ ਇਹ ਟਰੈਕ ਐਂਡ ਟਰੇਸ ਸਿਸਟਮ ਲੈ ਕੇ ਆਵਾਂਗੇ ਤਾਂ ਕਿ ਬੀਜ ਜਿਹੜਾ ਹੈ ਹਰ ਕਿਸਾਨ ਉਹਨੂੰ ਟਰੇਸ ਕਰ ਸਕੇ, ਪਰ ਪੈਸਟੀਸਾਈਡ ਦਾ ਸਰਕਾਰ ਨੇ ਮੈਨੂੰ ਜਵਾਬ ਨਹੀਂ ਦਿੱਤਾ। ਐਂਡ ਇਟ ਇਜ਼ ਦ ਨੀਡ ਆਫ ਦੀ ਆਵਰ। ਐਂਡ ਪੰਜਾਬ ਦੇ ਵਿੱਚ ਅੱਜ ਤੱਕ ਕੋਈ ਵੀ ਪੈਸਟੀਸਾਈਡ ਰਿਲੇਟਡ ਕੋਈ ਸੈਂਪਲ ਹੀ ਮਤਲਬ ਫੇਲ ਨਹੀਂ ਹੋਇਆ। ਸੈਂਪਲ ਜੇ ਫੇਲ ਹੋ ਵੀ ਜਾਂਦਾ ਹੈ, ਉਹ ਜਦੋਂ ਰੀਚੈਕਿੰਗ ਹੁੰਦੀ ਹੈ ਉਹ ਸੈਂਪਲ ਉਹਦੇ ਵਿੱਚ ਪਾਸ ਹੋ ਜਾਂਦਾ ਹੈ, ਤੇ ਇਹਦੇ ਉੱਤੇ ਸਰਕਾਰ ਨੂੰ ਬਹੁਤ ਗੌਰ ਕਰਨ ਦੀ ਜ਼ਰੂਰਤ ਹੈ। ਦੂਜੀ ਗੱਲ, ਬਜਟ ਦੇ ਵਿੱਚ ਹੈਡਲਾਈਨ ਸੀਗੀ ਗਵਰਨਮੈਂਟ ਅਨਾਉਂਸਸ ਨਿਊ ਕ੍ਰੌਪ ਇੰਸ਼ੋਰੈਂਸ ਸਕੀਮ। ਇੱਕ ਸਰਕਾਰ ਨੇ ਅਨਾਉਂਸਮੈਂਟ ਕੀਤੀ ਵੀ ਅਸੀਂ ਨਵੀਂ ਇੱਕ ਫਸਲ ਬੀਮਾ ਯੋਜਨਾ ਲੈ ਕੇ ਆ ਰਹੇ ਹਾਂ। ਇਹਨੂੰ ਅਨਾਉਂਸਮੈਂਟ ਕੀ ਸੀ? ਅਨਾਉਂਸਮੈਂਟ ਸੀਗੀ ਵੀ ਇੱਕ ਅਨਾਉਂਸਮੈਂਟ ਅਸੀਂ ਕਰਾਂਗੇ, ਤੇ 1 ਸਾਲ ਹੋ ਗਿਆ ਸਰਕਾਰ ਨੂੰ, ਨਾ ਤਾਂ ਕੋਈ ਐਗਰੀਕਲਚਰ ਦੀ ਪਾਲਿਸੀ ਲੈ ਕੇ ਆਏ। ਐਂਡ ਜਿਹੜੀ ਫਸਲ ਬੀਮਾ ਯੋਜਨਾ ਉਹਨਾਂ ਨੇ ਕਹੀ ਵੀ ਅਸੀਂ ਅਨਾਉਂਸ ਕਰ ਰਹੇ ਹਾਂ, ਉਹਦੇ ਵਿੱਚ ਵੀ ਮਾਤਰ ਇੱਕ ਅਨਾਉਂਸਮੈਂਟ ਹੈ, ਕਿਉਂਕਿ ਕਿਸਾਨਾਂ ਦੇ ਮਨ ਦੇ ਵਿੱਚ ਬਹੁਤ ਕਿਸਾਨ ਉਲਝਣ 'ਚ ਹੈ ਵੀ ਆਹ ਪਾਲਿਸੀ ਹੈ ਕਿ ਗਵਰਨਮੈਂਟ ਭਾਰਤ ਸਰਕਾਰ ਦੀ ਜਿਹੜੀ ਪਾਲਿਸੀ ਹੈ ਜਿਹਦੇ ਵਿੱਚ ਹੁਣ ਕਾਫੀ ਸੁਧਾਰ ਹੋਇਆ ਹੈ ਵੀ ਉਹ ਪਾਲਿਸੀ ਹੈ ਜਾਂ ਤੁਸੀਂ ਆਪਣੀ ਪਾਲਿਸੀ ਲੈ ਕੇ ਆਓਗੇ, ਉਹਦੇ ਦੋਨਾਂ ਨੂੰ ਕਿਆ ਕੰਬਾਈਨ ਕਰੋਗੇ। ਐਂਡ ਉਹਦੇ ਵਿੱਚ ਜਿਹੜੀ ਕਿਸਾਨ ਦੇ ਮਨ ਦੇ ਵਿੱਚ ਸ਼ੰਕਾਵਾਂ ਹੈ ਵੀ ਇਹਦੇ ਵਿੱਚ ਤੁਸੀਂ ਕੀ ਪਾਓਗੇ। ਮੌਸਮ, ਕਿਉਂਕਿ ਹੁਣ ਗਲੋਬਲ ਵਾਰਮਿੰਗ ਦੇ ਨਾਲ ਮੌਸਮ ਦੇ ਨਾਲ ਜੇ ਕੋਈ ਫਸਲ ਦਾ ਨੁਕਸਾਨ ਹੁੰਦਾ ਹੈ, ਜਾਂ ਜਿਵੇਂ ਹੁਣ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਮੌਸਮ ਚੇਂਜ ਹੋ ਰਿਹਾ ਹੈ, ਉਹਦੇ ਨਾਲ ਕੋਈ ਫਸਲ ਦਾ ਝਾੜ ਜਿਹੜਾ ਉਹ ਜੇ ਘਟ ਗਿਆ, ਉਹ ਇਹਦੇ ਵਿੱਚ ਇੰਕਲੂਡ ਕਰੋਗੇ। ਕਿਹੜੀ ਫਸਲਾਂ ਇੰਕਲੂਡ ਕਰੋਗੇ? ਤੇ ਪ੍ਰਸ਼ਨ ਚਿੰਨ੍ਹ ਜ਼ਿਆਦਾ ਹੈ, ਸਵਾਲ ਮਤਲਬ ਸਰਕਾਰ ਨੇ ਸਹੀ ਢੰਗ ਨਾਲ ਨਹੀਂ ਦਿੱਤਾ। ਦੂਜਾ, ਇੱਕ ਸਰਕਾਰ ਨੇ ਬੋਸਟਨ ਕੰਸਲਟਿੰਗ ਗਰੁੱਪ ਉਹਨਾਂ ਨਾਲ ਇੱਕ ਤਾਲਮੇਲ ਕੀਤਾ ਹੈ, ਉਹ ਪਾਲਿਸੀ ਬਣਾ ਰਹੇ ਐਗਰੀਕਲਚਰ ਪਾਲਿਸੀ ਤੇ ਕ੍ਰੌਪ ਇੰਸ਼ੋਰੈਂਸ ਪਾਲਿਸੀ। ਮੈਨੂੰ ਹੈਰਾਨਗੀ ਦੀ ਗੱਲ ਹੈ ਵੀ ਆਪਣੇ ਪੰਜਾਬ ਦੇ ਜਿਹੜੇ PAU ਦੇ ਸਾਇੰਟਿਸਟ ਹੈ, ਵਿਗਿਆਨਿਕ ਹੈ, ਬਾਕੀ ਸੂਬੇ ਉਹਨਾਂ ਤੋਂ ਆ ਕੇ ਰਾਏ ਲੈਂਦੇ ਹੈ, ਲੇਕਿਨ ਪੰਜਾਬ ਪਤਾ ਨਹੀਂ ਇੱਕ ਬੋਸਟਨ ਕੰਸਲਟਿੰਗ ਗਰੁੱਪ, ਸਾਨੂੰ ਪਤਾ ਹੀ ਨਹੀਂ ਉਹਨਾਂ ਦੀ ਕੀ ਕੁਆਲੀਫਿਕੇਸ਼ਨ ਹੈ, ਤੇ ਉਹਨਾਂ ਤੋਂ ਅਸੀਂ ਪਾਲਿਸੀ ਬਣਵਾ ਰਹੇ। ਇੱਕ ਪ੍ਰਸ਼ਨ ਚਿੰਨ੍ਹ ਖੜਾ ਹੁੰਦਾ ਇੱਥੇ। ਸਰਕਾਰ ਕਿਸਾਨ ਮਿਲਣੀਆਂ ਕਰ ਰਹੀ ਹੈ, ਉਹਦਾ ਬਜਟ ਦੇ ਵਿੱਚ ਜ਼ਿਕਰ ਕੀਤਾ ਹੈ, ਲੇਕਿਨ ਉਹਦਾ ਤੋਂ ਕੀ ਆਊਟਪੁੱਟ ਆਇਆ? ਮਤਲਬ ਪੰਜਾਬ ਦਾ ਕਿਸਾਨ ਜਿਹੜਾ ਇੰਨੇ ਟਾਈਮ ਤੋਂ ਮਤਲਬ ਪੂਰੇ ਦੇਸ਼ ਨੂੰ ਆਪਣੇ ਦਾਣੇ ਭੇਜ ਰਿਹਾ ਹੈ ਤੇ ਉਹ ਸક્ષਮ ਹੈ, ਉਹਨਾਂ ਤੋਂ ਕੀ ਤੁਸੀਂ ਆਊਟਪੁੱਟ ਕੱਢਿਆ? ਇੱਕ ਮੈਂ ਬੜਾ ਹੈਰਾਨ ਸੀ, ਇੱਕ ਭਾਵ ਅੰਤਰ ਭੁਗਤਾਨ ਯੋਜਨਾ, ਭਾਵ ਅੰਤਰ ਭੁਗਤਾਨ ਯੋਜਨਾ ਸਰਕਾਰ ਲੈ ਕੇ ਆਈ ਹੈ, ਲੇਕਿਨ ਇੱਕ ਵਧੀਆ ਸੋਚ ਹੈ, ਲੇਕਿਨ ਉਹਦੀ ਐਲੋਕੇਸ਼ਨ ਜਿਹੜੀ ਸਰਕਾਰ ਨੇ ਕੀਤੀ ਹੈ ਮਾਤਰ 15 ਕਰੋੜ। ਐਂਡ ਮੈਂ ਉਦਾਹਰਣ ਦੇਣਾ ਚਾਹੁੰਦਾ, ਜੇ ਮੈਂ ਮੇਰੇ ਪੰਚਕੋਸੀ ਪਿੰਡ ਦੀ ਗੱਲ ਕਰਾਂ, ਸਾਡੇ ਪੰਚਕੋਸੀ ਦਾ ਲਗਭਗ 2700 ਏਕੜ ਰਕਬਾ ਉੱਥੇ ਬਾਗ ਲੱਗੇ ਇੱਕ ਪਿੰਡ ਦੇ ਵਿੱਚ। ਐਂਡ ਜੇ ਮੈਂ ਇਸ ਸਾਲ ਦੀ ਗੱਲ ਕਰਾਂ, ਇਕੱਲੇ ਪੰਚਕੋਸੀ ਤੋਂ 23 ਕਰੋੜ ਦੀ ਹਾਰਟੀਕਲਚਰ ਦੀ ਬਾਗਾਂ ਦੀ ਫਸਲ ਆਈ ਹੈ। ਐਂਡ ਉਹਦੀ ਫਲਕਚੁਏਸ਼ਨ ਵਾਸਤੇ ਆ ਜਿਹੜਾ ਭਾਵ ਅੰਤਰ ਭੁਗਤਾਨ ਵੀ ਜੇ ਰੇਟ ਦੇ ਵਿੱਚ ਜ਼ਿਆਦਾ ਫਰਕ ਆ ਜੇ, ਸਰਕਾਰ ਨੇ ਮਾਤਰ 15 ਕਰੋੜ ਦੀ ਐਲੋਕੇਸ਼ਨ ਕੀਤੀ ਹੈ, ਤੇ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਇੱਕ ਜਿਹੜੀ ਮੈਂ ਸਰਕਾਰ ਨੂੰ ਇਰੀਗੇਸ਼ਨ ਦੇ ਰਿਗਾਰਡਿੰਗ ਮੈਨੂੰ ਥੋੜ੍ਹਾ ਜਿਹਾ ਵਕਤ ਵੀ ਮਿਲਿਆ ਸੀਗਾ, ਵੱਡੀ ਨਹਿਰਾਂ ਵਾਸਤੇ 800 ਕਰੋੜ ਦੀ ਐਲੋਕੇਸ਼ਨ ਸੀ, ਬਹੁਤ ਵਧੀਆ ਗੱਲ ਹੈ, ਲੇਕਿਨ ਆਪਾਂ ਟੇਲਾ 'ਤੇ ਬੈਠੇ ਹਾਂ ਤੇ ਜਿਹੜੇ ਖਾਲੇ ਜਿਹੜੇ ਆਪਾਂ ਨੂੰ ਜਦੋਂ ਨਹਿਰ ਤੁਸੀਂ ਠੀਕ ਕਰਤੀ, ਨਹਿਰ ਦੇ ਵਿੱਚ ਪਾਣੀ ਆ ਗਿਆ, ਪਰ ਅਲਟੀਮੇਟਲੀ ਮੇਰੇ ਖੇਤ ਤੱਕ
ਪਾਣੀ ਲਿਜਾਣ ਵਾਸਤੇ ਮੈਨੂੰ ਖਾਲਿਆਂ ਦੀ ਬੜੀ ਸਖਤ ਜ਼ਰੂਰਤ ਹੈ ਐਂਡ ਖਾਲਿਆਂ ਵਾਸਤੇ ਮਾਤਰ 119 ਕਰੋੜ ਦੀ ਐਲੋਕੇਸ਼ਨ ਹੈ ਐਂਡ ਜੇ ਆਪਣੇ ਕੁਝ ਅੱਜ ਤੋਂ 3 ਸਾਲ ਪਹਿਲੇ ਅਸੀਂ ਇੱਕ ਨਬਾਰਡ ਦਾ ਪ੍ਰੋਜੈਕਟ ਬਣਾਇਆ ਸੀ ਖਾਲਿਆਂ ਵਾਸਤੇ 32 ਕਰੋੜ ਦਾ ਪ੍ਰੋਜੈਕਟ ਸੀਗਾ ਐਂਡ ਉਹਦੇ ਵਿੱਚ ਵੀ ਮਾਤਰ ਮੇਰੇ ਖਿਆਲ 40% ਹੀ ਖਾਲੇ ਕਵਰ ਹੋਏ ਹੋਣੇ ਅਗੇਨ ਕਹਿਣ ਦਾ ਭਾਵ ਹੈ ਮੈਂ ਸਰਕਾਰ ਨੂੰ ਵੀ ਆ ਗੱਲ ਮੈਂ ਹਾਊਸ ਦੇ ਵਿੱਚ ਵੀ ਮੀਤ ਹੇਅਰ ਜੀ ਨੂੰ ਕਹੀ ਸੀ ਵੀ ਇਹਦੀ ਐਲੋਕੇਸ਼ਨ ਵਧਾਉਣੀ ਚਾਹੀਦੀ ਹੈ ਸਪੈਸ਼ਲੀ ਟੇਲਾਂ ਵਾਸਤੇ ਐਂਡ ਆਪਾਂ ਬਾਰ-ਬਾਰ ਪਾਣੀ ਦੀ ਗੱਲ ਕਰਦੇ ਹਾਂ ਪਾਣੀ ਬਚਾਉਣ ਦੀ ਗੱਲ ਕਰਦੇ ਹਾਂ ਟੇਲਾਂ ਵਾਲੇ ਪਾਣੀ ਦੀ ਵੈਲਿਊ ਸਮਝਦੇ ਅਸੀਂ ਇੱਕ ਇੱਕ ਬੂੰਦ ਦੀ ਵੈਲਿਊ ਸਮਝਦੇ ਹਾਂ ਐਂਡ ਇਹਦੀ ਐਲੋਕੇਸ਼ਨ ਵਾਸਤੇ ਮੈਂ ਰਿਕੁਐਸਟ ਕੀਤੀ ਸਰਕਾਰ ਨੂੰ ਗਾਂ ਤੋਂ ਧਿਆਨ ਦੇਣਾ ਚਾਹੀਦਾ ਹੈ ਐਂਡ ਇੱਕ ਗੱਲ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਜਿਹੜੇ ਫਾਜ਼ਿਲਕਾ ਦੇ ਵਿਧਾਇਕ ਹੈ ਉਹ ਵਿੱਚ ਖੜੇ ਹੋ ਕੇ ਉਹਨਾਂ ਨੇ ਕਿਹਾ ਕਿ ਜੀ ਟੇਲਾਂ ਦੇ ਉੱਤੇ ਪਾਣੀ ਪੂਰਾ ਹੈ ਤੇ ਸੰਦੀਪ ਜਾਖੜ ਐਵੇਂ ਹੀ ਰੋਲਾ ਪਾਈ ਜਾਂਦਾ ਹੈ ਤੇ ਮੈਂ ਹਾਊਸ ਦੇ ਵਿੱਚ ਉੱਥੇ ਮੈਂ ਵਿਧਾਇਕ ਨੂੰ ਵੀ ਤੇ ਮੈਂ ਮੀਤ ਹੇਅਰ ਮੰਤਰੀ ਸਾਹਿਬ ਨੂੰ ਵੀ ਕਿਹਾ ਜੀ ਵੀ ਤੁਸੀਂ ਇੱਕ ਦਿਨ ਆ ਜਾਓ ਸਾਡੇ ਮੋਗੇ ਚੈੱਕ ਕਰ ਲਓ ਤੇ ਆ ਕੇ ਟੇਲਾਂ ਚੈੱਕ ਕਰ ਲਓ ਤੇ ਦੇਖ ਲਓ ਕਿੰਨਾ ਪਾਣੀ ਪੂਰਾ ਹੈ ਤੇ ਟੇਲਾਂ ਤੇ ਕਿਸਾਨ ਦਾ ਕੀ ਹਾਲ ਹੈ ਐਂਡ ਮੈਂ ਸਰਕਾਰ ਨੂੰ ਇੱਕ ਹੋਰ ਸੁਝਾਅ ਦਿੱਤਾ ਸੀ ਅਕਸਰ ਕੀ ਹੁੰਦਾ ਹੈ ਮੋਗਿਆਂ ਦੀ ਅੱਜ ਕੱਲ੍ਹ ਇਸ਼ੂ ਨਹਿਰ ਬਣ ਚੁੱਕੀ ਹੈ ਤੇ ਮੋਗਿਆਂ ਦੀ ਬੜੀ ਇਸ਼ੂ ਹੈ ਵੀ ਮੋਗੇ ਜਿਹੜੇ ਲੱਗ ਰਹੇ ਸਹੀ ਨਹੀਂ ਲੱਗ ਰਹੇ ਐਸ ਪਰ ਡਿਜ਼ਾਈਨ ਨਹੀਂ ਲੱਗ ਰਹੇ ਚੱਕ ਕੇ ਲਾ ਰਹੇ ਤੇ ਮੈਂ ਮੰਤਰੀ ਨੂੰ ਤੇ ਸਰਕਾਰ ਨੂੰ ਆ ਸੁਝਾਅ ਦਿੱਤਾ ਸੀਗਾ ਵੀ ਜਿਹੜਾ ਆਪਣਾ ਹੈੱਡ ਹੈ ਉੱਥੇ ਜਿਹੜੀ ਸਰਕਾਰ ਦੀ ਗੇਜ ਹੈ ਇਰੀਗੇਸ਼ਨ ਮਹਿਕਮੇ ਦੀ ਜਿਹੜੀ ਗੇਜ ਹੈ ਉਹਦੇ ਤੋਂ 15 ਦਿਨ 20 ਦਿਨ ਇੱਕ ਐਵਰੇਜ ਕੱਢੀ ਜਾਵੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਨਹਿਰ ਦੇ ਵਿੱਚ ਫਲਕਚੁਏਸ਼ਨ ਬਹੁਤ ਹੁੰਦੀ ਹੈ ਅਕਸਰ ਕੀ ਹੁੰਦਾ ਜਿਸ ਦਿਨ ਮਹਿਕਮੇ ਨੇ ਚੈੱਕ ਕਰਨ ਆਉਣਾ ਹੁੰਦਾ ਮਗਰੋਂ ਪਾਣੀ ਪੂਰਾ ਕਰ ਦਿੰਦੇ ਜਾਂ ਕੜੀਆਂ ਕੁੜੀਆਂ ਲਾ ਕੇ ਉਸ ਦਿਨ ਤਾਂ ਪਾਣੀ ਪੂਰਾ ਹੋ ਜਾਂਦਾ ਹੈ ਤੇ ਮੇਰੀ ਸਰਕਾਰ ਨੂੰ ਆ ਗੁਜ਼ਾਰਿਸ਼ ਹੈ ਵੀ ਜਦੋਂ ਵੀ ਤੁਸੀਂ ਸਪੈਸ਼ਲੀ ਟੇਲਾਂ ਵਾਸਤੇ ਥੋੜਾ ਮਾਰਜਨ ਜ਼ਰੂਰ ਮੋਗਿਆਂ 'ਤੇ ਦੇਣਾ ਚਾਹੀਦਾ ਐਂਡ ਬੇਸ ਇਟ ਔਨ ਦਾ ਐਵਰੇਜ ਵੀ ਤੁਸੀਂ ਹੈੱਡ ਦੇ ਉੱਤੇ ਗੇਜ ਦੀ 15-20 ਦਿਨ ਦੀ ਐਵਰੇਜ ਲੈ ਕੇ ਉਸ ਹਿਸਾਬ ਨਾਲ ਥੋੜਾ ਜਿਹਾ ਅਸੀਂ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੁੰਦੇ ਪਰ ਟੇਲਾਂ ਤੇ ਪਹਿਲੇ ਹੀ ਪਾਣੀ ਨਹੀਂ ਹੈ ਤੇ ਉਹ ਸਾਨੂੰ ਪਲੀਜ਼ ਮੈਂ ਸਰਕਾਰ ਨੂੰ ਰਿਕੁਐਸਟ ਕੀਤੀ ਸੀ ਤੇ ਮੈਂ ਰਿਟਨ 'ਚ ਵੀ ਉਹਨਾਂ ਨੂੰ ਦੇਵਾਂਗਾ ਇੱਕ ਮੈਂ ਸਰਕਾਰ ਨੂੰ ਤੇ ਤੁਹਾਨੂੰ ਵੀ ਦੱਸਣਾ ਚਾਹੁੰਦਾ ਦੇਖੋ ਸਰਕਾਰ ਕੋਲੇ 800 ਕਰੋੜ ਰੁਪਈਆ ਨਬਾਰਡ ਦਾ ਆਇਆ 800 ਕਰੋੜ ਐਂਡ ਉਹਦੇ ਵਿੱਚੋਂ ਸਿਰਫ ਮਾਤਰ 160 ਕਰੋੜ ਦੇ ਪ੍ਰੋਜੈਕਟ ਬਣੇ ਪੈਸਾ ਹੌਲੀ ਹੌਲੀ ਲੈਪਸ ਹੋ ਰਿਹਾ ਐਂਡ ਸਰਕਾਰ ਨੂੰ ਗਵਰਨੈਂਸ ਇਸੇ ਨੂੰ ਹੀ ਕਹਿੰਦੇ ਇੱਕ ਪਾਸੇ ਆਪਾਂ ਕਹਿੰਦੇ ਵੀ ਸੈਂਟਰ ਸਾਡੇ ਨਾਲ ਭੇਦਭਾਵ ਕਰ ਰਿਹਾ ਲੇਕਿਨ ਜਿਹੜਾ ਆਪਣੇ ਕੋਲੇ ਪੈਸਾ ਆਇਆ ਹੋਇਆ ਉਹਦਾ ਆਪਾਂ ਸਹੀ ਇਸਤੇਮਾਲ ਤਾਂ ਕਰੀਏ ਪ੍ਰੋਜੈਕਟਸ ਇਹ ਬਣਨਗੇ ਹੀ ਨਹੀਂ ਤੇ ਉਹ ਫੰਡ ਯੂਟਿਲਾਈਜ਼ ਕਿਵੇਂ ਹੋਊਗਾ ਐਂਡ ਇੰਟਰਸਟ ਫ੍ਰੀ ਮਤਲਬ 50 ਸਾਲ ਇੰਟਰਸਟ ਫ੍ਰੀ ਆਲਸੋ ਸਰਕਾਰ ਪੈਸਾ ਦੇ ਰਹੀ ਹੈ ਸੂਬਿਆਂ ਨੂੰ ਟੂ ਆਫਸੈਟ ਉਹ ਜਿਹੜਾ GST ਕਰਕੇ ਲੇਕਿਨ ਪ੍ਰੋਜੈਕਟਸ ਹੀ ਨਹੀਂ ਬਣ ਰਹੇ ਇੱਥੋਂ ਪੰਜਾਬ ਵੱਲੋਂ ਪ੍ਰੋਜੈਕਟਸ ਹੀ ਨਹੀਂ ਬਣਾਏ ਜਾ ਰਹੇ ਤੇ ਇਹਦੇ ਉੱਤੇ ਵੀ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਇੱਕ ਜਿਹੜੀ ਗੱਲ ਮੈਂ ਸਵਾਲ ਵੀ ਲਿਖ ਕੇ ਭੇਜਿਆ ਸੀਗਾ ਸਰਕਾਰ ਨੂੰ ਉਹਦਾ ਆਈ ਥਿੰਕ ਜਵਾਬ ਤਾਂ ਆਊਗਾ ਲੇਕਿਨ ਹੁਣੇ ਉਹਨਾਂ ਨੇ ਜਿਹੜੀ ਬਿਜ਼ਨਸ ਵਾਸਤੇ ਵਪਾਰ ਵਾਸਤੇ ਜਿਹੜੀ ਇੱਕ ਸਮਿਟ ਕੀਤੀ ਸੀ ਸਮਿਟ ਦਾ ਨਾਂ ਸੀ ਆਈ ਥਿੰਕ G20 ਨਹੀਂ ਜੀ ਜਿਹੜੀ ਇਨਵੈਸਟ ਪੰਜਾਬ ਹਾਂ ਤੇ ਮੈਂ ਸਰਕਾਰ ਨੂੰ ਕਿਹਾ ਸੀ ਚੰਗੀ ਗੱਲ ਹੈ ਆਪਾਂ ਨੂੰ ਵਪਾਰ ਦੀ ਜ਼ਰੂਰਤ ਹੈ ਇੰਡਸਟਰੀ ਦੀ ਜ਼ਰੂਰਤ ਹੈ ਲੇਕਿਨ ਅਬੋਹਰ ਦੇ ਵਿੱਚ ਜਿਹੜਾ ਅਬੋਹਰ ਦਾ ਫੋਕਲ ਪੁਆਇੰਟ ਹੈ ਉੱਥੇ 1 ਸਾਲ ਤੋਂ ਲੋਕ ਵਪਾਰੀ ਜਿਹੜੇ ਹੈ ਵਪਾਰੀ ਭਰਾ ਜਿਹੜੇ ਹੈ ਉਹ ਉੱਥੇ ਯੂਨਿਟਸ ਲਾਉਣਾ ਚਾਹੁੰਦੇ ਕਈਆਂ ਨੇ ਲਾ ਵੀ ਦਿੱਤੀ ਲੇਕਿਨ ਉਹਨਾਂ ਨੂੰ ਕਨੈਕਸ਼ਨ ਨਹੀਂ ਮਿਲ ਰਿਹਾ ਬਿਜਲੀ ਦਾ ਐਂਡ ਕਿਉਂ ਨਹੀਂ ਮਿਲ ਰਿਹਾ ਬਿਜਲੀ ਦਾ ਕਨੈਕਸ਼ਨ ਕਿਉਂਕਿ PSIEC ਤੇ PSPCL ਜਿਹੜਾ ਹੈ ਉਹਨਾਂ ਦਾ ਕੋਈ ਆਪਸੀ ਵਿਵਾਦ ਹੈ ਐਂਡ ਉਹਦੀ ਵਜ੍ਹਾ ਨਾਲ ਅਬੋਹਰ ਦਾ ਨੁਕਸਾਨ ਹੋ ਰਿਹਾ ਹੈ ਪੰਜਾਬ ਦਾ ਨੁਕਸਾਨ ਹੋ ਰਿਹਾ ਉਹਨਾਂ ਨੇ ਸਾਰੀ ਫੀਸ ਭਰਤੀ ਸਾਰਾ ਕੁਝ ਹੈ ਤੇ ਇਹ ਜਿਹੜੀ ਚੀਜ਼ਾਂ ਅਗੇਨ ਇਟ ਕਮਸ ਡਾਊਨ ਟੂ ਗਵਰਨੈਂਸ ਇਹ ਚੀਜ਼ਾਂ ਹੈ ਇਹਨਾਂ ਦੇ ਉੱਤੇ ਗੌਰ ਕਰੋ ਦੂਜਾ ਜਿਹੜਾ ਹੈ ਇਸ਼ੂ ਲਾਅ ਐਂਡ ਆਰਡਰ ਦਾ ਦੇਖੋ ਸਾਰਾ ਕੁਝ ਆਪਾਂ ਇੱਕ ਪਾਸੇ ਆਪਾਂ ਵਪਾਰੀਆਂ ਵਾਸਤੇ ਸੰਮੇਲਨ ਕਰ ਰਹੇ ਹਾਂ ਆਪਾਂ ਪੂਰੇ ਹਿੰਦੁਸਤਾਨ 'ਚ ਜਾ ਕੇ ਆਪਾਂ ਇੰਡਸਟਰੀਲਿਸਟ ਨੂੰ ਕਹਿ ਰਹੇ ਵੀ ਆ ਕੇ ਪੰਜਾਬ ਦੇ ਵਿੱਚ ਇਨਵੈਸਟ ਕਰੋ ਲੇਕਿਨ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਉਹ ਸਾਰਿਆਂ ਦੇ ਸਾਹਮਣੇ ਹੈ ਅਸੈਂਬਲੀ ਦੇ ਵਿੱਚ ਵੀ ਸਾਰੀ ਪਾਰਟੀਆਂ ਨੇ ਆ ਗੱਲ ਕੀਤੀ ਸੀ ਵੀ ਜਿਹੜਾ ਅਜਨਾਲਾ ਦੇ ਵਿੱਚ ਐਪੀਸੋਡ ਹੋਇਆ ਉਹਦੇ ਵਿੱਚ ਸਰਕਾਰ ਦਾ ਵੀ ਬਿਆਨ ਆਇਆ DGP ਸਾਹਿਬ ਦਾ ਵੀ ਬਿਆਨ ਆਇਆ ਲੇਕਿਨ ਉਹਨੂੰ ਮੇਰੇ ਖਿਆਲ 20 ਦਿਨ ਹੋ ਗਏ ਉਸ ਐਪੀਸੋਡ ਨੂੰ ਉਸ ਵਾਰਦਾਤ ਨੂੰ ਤੇ ਅੱਜ ਤੱਕ ਕਿਸੇ ਦੇ ਉੱਤੇ ਕਾਰਵਾਈ ਨਹੀਂ ਹੋਈ ਤੋ ਆ ਜਿਹੜੀ ਚੀਜ਼ਾਂ ਹੈ ਲੋਕਾਂ ਦੇ ਮਨ ਦੇ ਵਿੱਚ ਆ ਸਵਾਲ ਇੱਕ ਬਹੁਤ ਗੰਭੀਰ ਮੁੱਦਾ ਬਣਿਆ ਹੋਇਆ ਹੈ ਮੈਂ ਜਿੱਥੇ ਵੀ ਜਾਂਦਾ ਲੋਕ ਪੁੱਛਦੇ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ
ਇੱਕ ਜਿਹੜੀ ਮੈਂ ਉਸ ਦਿਨ ਡਿਬੇਟ ਹੋਇਆ ਸੀ ਅਸੈਂਬਲੀ ਦੇ ਵਿੱਚ ਸਪੀਕਰ ਸਾਹਿਬ ਨੇ ਕਰਾਇਆ ਸੀ ਦਵਾਈਆਂ ਦੇ ਉੱਤੇ, ਜਿਹੜਾ ਦਵਾਈ MRP ਤੋਂ ਬਹੁਤ ਜ਼ਿਆਦਾ ਕੋਸਟ ਦੇ ਵਿੱਚ ਅਵੇਲੇਬਲ ਹੈ ਐਂਡ ਉਹਦੀ ਪ੍ਰਾਈਸਿੰਗ ਜਿਹੜਾ ਫਾਰਮੂਲਾ ਹੈ ਉਹ ਸਹੀ ਕਰਾਉਣ ਵਾਸਤੇ, ਕਿਉਂਕਿ ਅਕਸਰ ਆਪਾਂ ਕੀ ਵੇਖਦੇ ਹਾਂ ਕਈ ਦਵਾਈਆਂ MRP 10,000 ਹੈ, ਉਹਨੂੰ ਡਿਸਕਾਊਂਟ ਕਰਕੇ ਫਿਰ ਉਹ ਦੇ ਦਿੰਦੇ 3,000 'ਚ, ਆਪਾਂ ਨੂੰ ਲੱਗਦਾ ਵੀ ਕਿਆ ਬਾਤ ਹੈ, ਲੇਕਿਨ ਉਹਦਾ ਜਿਹੜਾ ਸਹੀ ਕੋਸਟ ਉਹਦਾ ਇੱਕ ਫਾਰਮੂਲਾ ਜ਼ਰੂਰ ਬਣਾਉਣਾ ਚਾਹੀਦਾ ਹੈ। ਐਂਡ ਦੂਜਾ ਜੈਨੇਰਿਕ ਤੇ ਬ੍ਰਾਂਡਡ ਡਰੱਗਸ, ਉਹਦੇ ਉੱਤੇ ਵੀ ਡਿਬੇਟ ਹੋਇਆ ਸੀ, ਉਹਦੇ ਵਿੱਚ ਮੈਨੂੰ ਸਪੀਕਰ ਸਾਹਿਬ ਨੇ ਵਕਤ ਦਿੱਤਾ ਸੀ ਤੇ ਮੈਂ ਸਰਕਾਰ ਨੂੰ ਆਹ ਸੁਝਾਅ ਦਿੱਤਾ ਸੀ ਵੀ ਬਹੁਤ ਸਾਰੇ ਲੋਕਾਂ ਨੂੰ ਜੈਨੇਰਿਕ ਤੇ ਬ੍ਰਾਂਡਡ ਦੇ ਵਿੱਚ ਫਰਕ ਕੀ ਹੈ ਨਹੀਂ ਪਤਾ, ਕਿਉਂਕਿ ਅਕਸਰ ਕਈ ਵਾਰ ਆਪਾਂ ਜਾਂਦੇ ਹਾਂ ਇੱਕ ਉਹੀ ਦਵਾਈ ਹੈ ਉਹੀ ਸਾਲਟ ਹੈ, ਇੱਕ ਤਾਂ 10 ਰੁਪਏ ਦੀ ਹੈ, ਇੱਕ 1 ਰੁਪਏ ਦੀ ਹੈ, ਤੇ ਕਈ ਵਾਰ ਮੇਰੇ ਮਨ 'ਚ ਵੀ ਸਵਾਲ ਆ ਜਾਂਦਾ ਵੀ ਮੈਂ ਯਾਰ ਘਰਦਿਆਂ ਵਾਸਤੇ ਸਸਤੀ ਕਿਉਂ ਲੈ ਕੇ ਜਾਵਾਂ, ਮਤਲਬ ਵੀ ਹੋ ਸਕਦਾ ਲੇਕਿਨ ਉਹਦਾ ਰਿਜ਼ਲਟ, ਉਹਦੇ ਸਾਲਟਸ, ਉਹਦਾ ਇਫੈਕਟ ਸੇਮ ਹੈ, ਤੇ ਲੋਕਾਂ ਨੂੰ ਐਜੂਕੇਟ ਕੀਤਾ ਜਾਵੇ ਵੀ ਜੈਨੇਰਿਕ ਤੇ ਬ੍ਰਾਂਡਡ ਡਰੱਗਸ ਹੈ ਕੀ। ਐਂਡ ਮੈਂ ਸੁਝਾਅ ਆ ਦਿੱਤਾ ਸੀ ਵੀ ਆਸ਼ਾ ਵਰਕਰਸ ਜਿਹੜੀ ਹੈ ਆਪਣੀ, ਇਟ ਵਾਜ਼ ਅ ਸੁਜੈਸ਼ਨ ਵੀ ਉਹਨਾਂ ਨੂੰ ਤੁਸੀਂ ਇਸਤੇਮਾਲ ਕਰੋ ਕਿਉਂਕਿ ਉਹਨਾਂ ਦੀ ਘਰ ਘਰ ਪਹੁੰਚ ਹੈ, ਐਂਡ ਲੋਕਾਂ ਨੂੰ ਐਜੂਕੇਟ ਕਰੋ ਤਾਂ ਕਿ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗੇ ਵੀ ਡਰੱਗਸ ਦੇ ਨਾਲ ਦਾ ਕੀ ਫਰਕ ਹੈ। ਇਹ ਤਾਂ ਜਿਹੜੀ ਗੱਲਾਂ ਸੀ। ਇੱਕ ਮੈਂ ਵਿਧਾਨ ਸਭਾ ਦੇ ਵਿੱਚ ਸਕੂਲ ਦੀ ਗੱਲ ਕੀਤੀ ਸੀ, ਸਕੂਲ ਆਫ ਐਮੀਨੈਂਸ। ਆਈ ਥਿੰਕ ਕੁਝ ਸਾਥੀ ਇੱਥੇ ਜਿਹੜੀ ਲੋਕਲ ਯੂਨਿਟ ਹੈ ਉਸ ਗੱਲ ਨੂੰ ਫੋਲੋ ਨਹੀਂ ਕਰ ਪਾਈ। ਮੈਂ ਇੱਕ ਤਾਂ ਸੁਝਾਅ ਮੈਂ ਪ੍ਰਸ਼ਨ ਕੀਤਾ ਸੀ ਵੀ 117 ਸਕੂਲ ਤੁਸੀਂ ਦੇਣੇ ਆ ਹਰ ਹਲਕੇ 'ਚ, ਐਂਡ ਜਦੋਂ CM ਸਾਹਿਬ ਅਬੋਹਰ ਆਏ ਸੀ 4 ਆਪਣੇ ਜ਼ਿਲ੍ਹੇ 'ਚ ਦੇ ਗਏ, ਉਹਦੇ ਵਿੱਚ ਅਬੋਹਰ ਵਾਜ਼ ਮਿਸਿੰਗ, ਤੇ ਨੈਚੁਰਲ ਹੈ ਅਬੋਹਰ ਮਿਸਿੰਗ ਸੀ, ਮੇਰੇ ਮਨ 'ਚ ਸਵਾਲ ਆ ਗਿਆ। ਐਂਡ ਮੈਂ ਇੱਕ ਸੁਝਾਅ ਦਿੱਤਾ ਸੀ ਵੀ ਐਗਜ਼ਾਮਪਲ ਦਿੱਤਾ ਸੀ ਵੀ ਸਾਡੇ ਅਬੋਹਰ ਦੇ ਵਿੱਚ ਇੱਕ 100 ਸਾਲ ਦਾ ਸਕੂਲ ਹੈ ਜਿਹੜਾ ਇੰਨਾ ਪੁਰਾਣਾ ਸਕੂਲ ਹੈ, ਯੈਸ ਉੱਥੇ ਕਿਸੇ ਇੱਕ ਦੂਜੀ ਸਕੀਮ ਦੇ ਰਾਹੀਂ ਉਸ ਸਕੂਲ ਦੇ ਵਿੱਚ ਫੰਡਸ ਆ ਰਹੇ ਹੈ, ਲੇਕਿਨ ਮੇਰਾ ਕਹਿਣ ਦਾ ਭਾਵ ਸੀਗਾ ਵੀ ਅਬੋਹਰ ਨੂੰ ਵੀ ਇੱਕ ਸਕੂਲ ਆਫ ਐਮੀਨੈਂਸ ਦੇਣਾ ਚਾਹੀਦਾ ਹੈ। ਮੈਂ ਇਸ ਸੰਬੰਧ ਦੇ ਵਿੱਚ ਮੰਤਰੀ ਸਾਹਿਬ ਨੂੰ, ਬੈਂਸ ਸਾਹਿਬ ਨੂੰ ਵੀ ਮਿਲਿਆ ਸੀਗਾ, ਐਂਡ ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਹੈ ਵੀ ਸੰਦੀਪ ਇਟ ਵਾਜ਼ ਇਹਦੇ ਵਿੱਚ ਕੋਈ ਅਸੀਂ ਵਿਤਕਰਾ ਨਹੀਂ ਕਰ ਰਹੇ, ਜਿਹੜਾ ਸਾਡੇ ਕੋਲੇ ਪੈਰਾਮੀਟਰ ਹੈ, ਕਿਉਂਕਿ ਅਸੀਂ ਨਵੀਂ ਸਕੀਮ ਆਈ ਸੀ ਤੇ ਅਸੀਂ ਕੋਈ ਅਬੋਹਰ ਦਾ ਸਕੂਲ ਆਇਡੈਂਟੀਫਾਈ ਨਹੀਂ ਕਰ ਪਾਏ, ਐਂਡ ਵੀ ਵਿਲ ਡੂ ਇਟ ਸੂਨ। ਉਹਨਾਂ ਨੇ ਮੈਨੂੰ ਅਸ਼ੋਰ ਕੀਤਾ ਹੈ, ਸੋ ਹੋਪਫੁਲੀ ਲੈਟਸ ਵੇਟ, ਅਦਰਵਾਈਜ਼ ਮੈਂ ਉਹਨਾਂ ਨਾਲ ਫੇਰ ਵਾਪਸ ਗੱਲ ਕਰੂੰਗਾ। ਬੱਸ ਅੱਡੇ ਦੀ ਮੈਂ ਫੇਰ ਗੱਲ ਕੀਤੀ, ਮੈਂ ਪਤਾ ਨਹੀਂ ਕਦੋਂ ਦੀ, ਪਹਿਲੇ 28 ਜੂਨ ਨੂੰ CM ਸਾਹਿਬ ਨੇ ਮੈਨੂੰ ਬੱਸ ਅੱਡੇ ਦਾ ਅਸ਼ੋਰੈਂਸ ਦਿੱਤਾ ਸੀ ਵੀ ਬੱਸ ਅੱਡਾ 4 ਮਹੀਨੇ ਦੇ ਵਿੱਚ ਵਿੱਚ ਬਣਾ ਦਿਆਂਗੇ, ਤੇ ਮੈਂ ਸਪੀਕਰ ਸਾਹਿਬ ਨੂੰ ਮੈਂ ਗੱਲ ਕਹੀ ਸੀ, ਮੈਂ ਕਿਹਾ ਜੀ ਜੇ CM ਦੀ ਗੱਲ ਦੇ ਉੱਤੇ ਕੋਈ ਗੌਰ ਨਹੀਂ ਕਰ ਰਿਹਾ, ਕਿਉਂਕਿ ਹੁਣ 10 ਮਹੀਨੇ ਤੋਂ ਜ਼ਿਆਦਾ ਹੋ ਚੁੱਕਿਆ ਹੈ, ਆਈ ਐਮ ਹੈਪੀ ਟੂ ਨੋਟ ਵੀ ਆ ਜਿਹੜਾ ਇਸ ਵਾਰ ਦਾ ਜਿਹੜਾ ਬਜਟ ਆਇਆ ਹੈ ਇਹਦੇ ਵਿੱਚ 35 ਕਰੋੜ ਰੁਪਏ ਦੀ ਐਲੋਕੇਸ਼ਨ ਹੈਗੀ ਹੈ ਬੱਸ ਅੱਡਿਆਂ ਵਾਸਤੇ। ਸੋ ਆਈ ਐਮ ਹੋਪਫੁਲ ਵੀ ਅਬ ਦੇਰ ਆਏ ਦਰੁਸਤ ਆਏ, ਵੀ ਹੋ ਸਕਦਾ ਆਪਣੇ ਵਾਲੇ ਬੱਸ ਅੱਡੇ ਦਾ ਨੰਬਰ ਲੱਗ ਜੇ, ਕਿਉਂਕਿ ਆਮ ਆਦਮੀ ਦੀ ਸਰਕਾਰ ਹੈ ਐਂਡ ਬਸ ਆਮ ਆਦਮੀ ਦੀ ਸਵਾਰੀ ਹੈ, ਐਂਡ ਬਹੁਤ ਆਪਣੇ ਬੱਸ ਅੱਡੇ ਦੇ ਖਸਤੇ ਹਾਲਾਤ ਹੈ। ਆਈ ਐਮ ਡਿਸਅਪੋਇੰਟਡ ਵੀ ਅਬੋਹਰ ਵਾਸਤੇ। ਦੇਖੋ ਇੱਕ ਹੋਰ ਮੈਂ ਗੱਲ ਸ਼ੇਅਰ ਕਰਨਾ ਚਾਹੂੰਗਾ, ਇਹਦੇ ਵਿੱਚ ਇੱਕ ਸੀਗਾ ਕੈਂਸਰ ਹਸਪੀਟਲ ਦਾ ਜ਼ਿਕਰ ਸੀਗਾ ਬਜਟ ਦੇ ਵਿੱਚ, ਫਾਜ਼ਿਲਕਾ ਦੇ ਵਿੱਚ ਕੈਂਸਰ ਹਸਪੀਟਲ ਵੀ, ਤੇ ਉਹ ਜਿਹੜਾ ਕੈਂਸਰ ਹਸਪੀਟਲ ਹੈ ਉਹਦੇ ਵਿੱਚ ਸਰਕਾਰ ਨੇ ਅਮਾਊਂਟ ਵੀ ਪਾਇਆ 46 ਕਰੋੜ ਵੀ ਇੱਕ ਅਸੀਂ ਬਣਾ ਰਹੇ ਕੈਂਸਰ ਕੇਅਰ ਸੈਂਟਰ ਐਟ ਫਾਜ਼ਿਲਕਾ 46 ਕਰੋੜ ਦੀ ਲਾਗਤ ਦੇ ਨਾਲ, ਤੇ ਜਲਦ ਸ਼ੁਰੂ ਹੋ ਜਾਊਗਾ, ਮਤਲਬ ਬਜਟ ਦੇ ਵਿੱਚ ਹੈ। ਲੇਕਿਨ ਸਾਰਿਆਂ ਨੂੰ ਆਪਾਂ ਨੂੰ ਪਤਾ ਉਹ ਕੈਂਸਰ ਹਸਪੀਟਲ ਨੂੰ ਬਿਲਡਿੰਗ ਨੂੰ ਬਣੇ ਤਾਂ ਆਲਮੋਸਟ ਮੇਰੇ ਖਿਆਲ 6-7 ਸਾਲ ਤੋਂ ਜ਼ਿਆਦਾ ਹੋ ਚੁੱਕੇ। ਆਈ ਥਿੰਕ ਇਫ ਆਈ ਐਮ ਨਾਟ ਮਿਸਟੇਕਨ ਜਦੋਂ ਜਾਨੀ ਸਾਹਿਬ ਹੈਲਥ ਮੰਤਰੀ ਸੀ ਉਸ ਟਾਈਮ ਉਹ ਬਣਿਆ ਸੀਗਾ, ਉਸ ਟਾਈਮ ਦਾ ਬਣਿਆ ਹੋਇਆ, ਸਰਕਾਰ ਉਹਨੂੰ ਆਪਣੇ ਬਜਟ ਦੇ ਵਿੱਚ ਪਾ ਰਹੀ ਹੈ, ਮਤਲਬ ਆਈ ਡੋਂਟ ਨੋ, ਬਟ ਉਮੀਦ ਹੈ ਵੀ ਇਹਨੂੰ ਜਲਦ ਤੋਂ ਜਲਦ ਹੁਣ ਸ਼ੁਰੂ ਤਾਂ ਕਰਾਓ। ਆਪਾਂ ਮਤਲਬ ਸਾਰਾ ਕੁਝ ਬਣਾਤਾ, ਕੈਂਸਰ ਦੀ ਇੰਨੀ ਵੱਡੀ ਆਪਣੇ ਏਰੀਏ ਦੇ ਵਿੱਚ ਇੰਨੀ ਦਿੱਕਤ ਹੈ, ਆਪਣੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ, ਤੇ ਉਮੀਦ ਹੈ ਸਰਕਾਰ ਇਹਦੇ ਉੱਤੇ ਵੀ ਗੌਰ ਕਰੂਗੀ। ਐਂਡ ਲਾਸਟ ਬਟ ਨਾਟ ਦ ਲੀਸਟ, ਸ਼ਹਿਰਾਂ ਵਾਸਤੇ, ਆਪਣੇ ਸ਼ਹਿਰ ਵਾਸਤੇ ਮੈਨੂੰ ਉਮੀਦ ਸੀ ਵੀ ਕੁਛ ਨਾ ਕੁਛ ਆਪਣੇ ਅਬੋਹਰ ਵਾਸਤੇ, ਮਤਲਬ ਕੋਈ ਵੀ ਕੁਛ ਅਨਾਊਂਸਮੈਂਟ ਨਹੀਂ, ਸੋ ਆਈ ਐਮ ਡਿਸਅਪੋਇੰਟਡ। ਪਰ ਚਲੋ ਸਰਕਾਰ ਨੂੰ ਫੇਰ ਅਪੀਲ ਕਰਾਂਗੇ, ਰਿਕੁਐਸਟ ਕਰਾਂਗੇ ਵੀ ਸਾਡੇ ਜਿਹੜੇ ਔਨਗੋਇੰਗ ਪ੍ਰੋਜੈਕਟਸ ਹੈ। ਐਂਡ ਮੈਂ ਇੱਕ ਦਿਨ ਉਹ ਵੇਖੀ ਸੀ ਖਬਰ, ਮਤਲਬ ਇੱਕ ਔਨਲਾਈਨ ਮੈਂ ਪੋਸਟ ਵੇਖੀ ਸੀ, ਆਪਣੀ ਜਿਹੜੀ ਆਮ ਆਦਮੀ ਦੀ ਲੋਕਲ ਯੂਨਿਟ ਹੈ, ਤੇ ਉਹਦੀ ਕੈਪਸ਼ਨ ਆ ਸੀਗੀ ਵੀ ਕੁਛ ਇੱਥੋਂ ਦੇ ਆਮ ਆਦਮੀ ਦੇ ਨੁਮਾਇੰਦੇ ਨਿੱਜਰ ਸਾਹਿਬ ਨੂੰ ਮਿਲੇ ਸੀ, ਅਰਬਨ ਬੋਡੀਜ਼ ਮਿਨਿਸਟਰ ਨੂੰ, ਤੇ ਉਹ ਕੈਪਸ਼ਨ ਸੀਗੀ ਵੀ ਅਬੋਹਰ ਦੇ ਰੁਕੇ ਹੋਏ ਕੰਮ, ਉਹ ਕੈਪਸ਼ਨ ਉਹਦੇ ਵਿੱਚ ਸੀਗੀ। ਸੋ
ਚਲੋ ਸ਼ੁਕਰ ਹੈ ਹੁਣ ਵਿਪਕਸ਼ ਸੌਰੀ ਜਿਹੜੀ ਰੂਲਿੰਗ ਪਾਰਟੀ ਹੈ, ਸੱਤਾਧਾਰੀ ਹੈ, ਉਹ ਹੁਣ ਮੰਨਣ ਤਾਂ ਲੱਗੇ ਵੀ ਅਬੋਹਰ ਦੇ ਕੰਮ ਰੁਕ ਚੁੱਕੇ। ਮਤਲਬ ਉਹ ਆਮ ਆਦਮੀ ਪਾਰਟੀ ਦੀ ਉਹਨਾਂ ਦੀ ਕੈਪਸ਼ਨ ਸੀਗੀ, ਅਤੇ ਉਮੀਦ ਕਰਦਾ ਵਧੀਆ ਗੱਲ ਹੈ, ਮਿਲਣਾ ਚਾਹੀਦਾ। ਉਹ ਵੀ ਮਿਲੇ ਨਿੱਜਰ ਸਾਹਿਬ ਨੂੰ ਨੈਕਸਟ ਵੀਕ, ਮੈਂ ਵੀ ਟਾਈਮ ਦਿੱਤਾ ਹੋਇਆ, ਮੇਅਰ ਸਾਹਿਬ ਹੋਰੀ ਅਤੇ ਸਾਡੀ ਟੀਮ ਅਸੀਂ ਜਾਵਾਂਗੇ ਵੀ ਜਿਹੜੇ ਮਤਲਬ ਉਹਨਾਂ ਨੂੰ ਚੇਤਾ ਕਰਾਵਾਂਗੇ ਕੀ ਦਿੱਕਤ ਆ ਰਹੀ ਹੈ, ਕੀ ਉਹਦਾ ਸੋਲਿਊਸ਼ਨ ਸਰਕਾਰ ਵੱਲੋਂ ਹੋ ਸਕਦਾ ਹੈ, ਐਂਡ ਇਟ ਇਜ਼ ਅ ਗੁੱਡ ਥਿੰਗ। ਅਤੇ ਮੈਂ ਵੀ ਸੱਤਾਧਾਰੀ ਜਿਹੜੇ ਹੈ ਸੋਚ ਆਪਾਂ ਨੂੰ ਬਦਲਣੀ ਚਾਹੀਦੀ, ਕੰਮ ਕਰਨ ਦਾ ਤਰੀਕਾ ਬਦਲਣਾ ਚਾਹੀਦਾ, ਅਤੇ ਜਿੱਥੇ ਸਾਂਝੇ ਮਸਲੇ ਹੋਣ ਮੈਨੂੰ ਇਨਵਾਈਟ ਕਰ ਲਿਆ ਕਰੋ, ਮੈਂ ਤੁਹਾਡੇ ਨਾਲ ਚੱਲ ਪਵਾਂਗਾ ਤਾਂ ਕਿ ਆਪਣੀ ਗੱਲ ਦੇ ਵਿੱਚ ਵਜਨ ਹੋਏ। ਅਤੇ ਜੇ ਤੁਸੀਂ ਨਹੀਂ ਇਨਵਾਈਟ ਕਰਨਾ ਚਾਹੁੰਦੇ, ਮੈਂ ਅਗਲੀ ਵਾਰ ਜਦੋਂ ਜਾਊਂਗਾ ਮੈਂ ਤੁਹਾਨੂੰ ਦੱਸ ਦਿਆਂਗਾ ਵੀ ਕਦੋਂ ਮੈਨੂੰ ਮੰਤਰੀ ਸਾਹਿਬ ਦਾ ਟਾਈਮ ਮਿਲਿਆ ਅਤੇ ਤੁਸੀਂ ਮੇਰੇ ਨਾਲ ਚੱਲ ਪਿਆ ਜੇ, ਕਿਉਂਕਿ ਸਾਂਝੇ ਮਸਲੇ ਜਿਹੜੇ ਸ਼ਹਿਰ ਦੇ ਹੈ ਉਹਦੇ ਵਿੱਚ ਆਪਾਂ ਕੀ ਪਾਰਟੀਬਾਜ਼ੀ ਕਰਨੀ, ਪਾਰਟੀਬਾਜ਼ੀ ਕਰਨ ਵਾਸਤੇ ਬਥੇਰੀ ਥਾਂ ਪਈ ਹੈ। ਐਂਡ ਲਾਸਟ ਬਟ ਨਾਟ ਦ ਲੀਸਟ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ। ਅੱਜ ਦੀ ਅਖਬਾਰ ਦੇ ਵਿੱਚ ਖਬਰ ਸੀਗੀ, ਉਹ ਕਹਿੰਦੇ ਟੂ ਪ੍ਰੀਵੈਂਟ ਵਾਈਟ ਫਲਾਈ ਅਟੈਕ ਅਵੋਇਡ ਸੋਇੰਗ ਮੂੰਗ ਇਨ ਕਾਟਨ ਬੈਲਟ। ਅੱਜ ਇੱਕ ਡਿਪਾਰਟਮੈਂਟ ਵੱਲੋਂ ਖਬਰ ਹੈ ਵੀ ਵਾਈਟ ਫਲਾਈ ਦੇ ਅਟੈਕ ਤੋਂ ਬਚਣ ਵਾਸਤੇ ਵੀ ਮੂੰਗੀ ਨਾ ਬੀਜੋ। ਇੱਕ ਪਾਸੇ ਤਾਂ ਸਰਕਾਰ ਮੂੰਗੀ ਵਾਸਤੇ ਡਾਈਵਰਸੀਫਿਕੇਸ਼ਨ ਦੇ ਨਾਂ 'ਤੇ ਮੂੰਗੀ ਵਾਸਤੇ ਕਰੋੜਾਂ ਰੁਪਈਆ ਐਲੋਕੇਟ ਕਰ ਰਹੇ ਹੋ, ਫਿਰ ਸਰਕਾਰ ਝੂਠੇ ਦਾਅਵੇ ਕਰਦੀ ਹੈ ਅਸੈਂਬਲੀ ਦੇ ਵਿੱਚ ਵੀ ਅਸੀਂ ਸਾਰੇ ਹੀ ਮੂੰਗੀ ਖਰੀਦ ਲਈ, ਈਵਨ ਦੋ ਇਟ ਵਾਜ਼ ਮਾਤਰ 11% ਮੂੰਗੀ ਉਹਨਾਂ ਨੇ ਉਹਦੇ ਉੱਤੇ ਖਰੀਦੀ ਸੀ। ਹੁਣ ਉਹ ਕਹਿ ਰਹੇ ਵੀ ਤੁਸੀਂ ਮੂੰਗੀ ਲਾਓ ਹੀ ਨਾ। ਅਤੇ ਸਰਕਾਰ ਦੇ ਡਿਪਾਰਟਮੈਂਟਸ ਨੂੰ ਇੱਕ ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ ਵੀ ਕੀ ਤੁਸੀਂ ਕਰ ਰਹੇ ਹੋ, ਕੀ ਮਤਲਬ ਤੁਸੀਂ ਕਰਨਾ ਚਾਹ ਰਹੇ ਹੋ। ਵੀ ਇੱਕ ਪਾਸੇ ਤੁਸੀਂ ਮੂੰਗੀ ਵਾਸਤੇ ਪੈਸੇ ਰੱਖ ਰਹੇ ਹੋ, ਦੂਜੀ ਪਾਸੇ ਤੁਸੀਂ ਕਹਿ ਰਹੇ ਹੋ ਇੱਥੇ ਮੂੰਗੀ ਲਾਓ ਹੀ ਨਾ। ਅਤੇ ਇਹ ਮਸਲੇ ਹੈ। ਮੈਂ ਇੱਕ ਗੱਲ ਹੋਰ ਕਹੀ ਸੀ ਡਾਈਵਰਸੀਫਿਕੇਸ਼ਨ ਦੇ ਲਈ, ਵੀ ਅੱਜ ਤੋਂ ਕਈ ਸਾਲ ਪਹਿਲੇ ਅਪਸਟਰੀਮ ਆਪਣਾ ਜਿਹੜਾ ਏਰੀਆ, ਆਪਾਂ ਟੇਲਾ 'ਤੇ ਬੈਠੇ ਡਾਊਨ ਸਟਰੀਮ, ਉੱਥੇ ਨਰਮਾ ਹੁੰਦਾ ਸੀ, ਆਪਣੇ ਵੀ ਨਰਮਾ ਹੁੰਦਾ ਸੀ। ਉੱਥੇ ਝੋਨਾ ਲੱਗਣਾ ਸ਼ੁਰੂ ਹੋ ਗਿਆ, ਝੋਨਾ ਲੱਗ ਰਿਹਾ ਕਈ ਸਾਲਾਂ ਤੋਂ, ਅਤੇ ਆਪਣੇ ਕੋਲੇ ਨਰਮੇ ਜੋਗੇ ਪਾਣੀ ਨਹੀਂ ਹੈ, ਆਪਣੇ ਕੋਲੇ ਨਰਮੇ ਜੋਗਾ ਪਾਣੀ ਨਹੀਂ ਹੈ, ਅਤੇ ਬਾਗ ਅਸੀਂ ਪੱਟਣਾ ਸ਼ੁਰੂ ਕਰਤੇ, ਕਈ ਲੋਕਾਂ ਨੇ ਬਾਗ ਪੱਟਣੇ ਸ਼ੁਰੂ ਕਰਤੇ। ਅਤੇ ਸਭ ਤੋਂ ਪਹਿਲੇ ਡਾਈਵਰਸੀਫਿਕੇਸ਼ਨ ਅਸੀਂ ਕੀਤੀ ਸੀ, ਅਤੇ ਇਹ ਹਾਰਟੀਕਲਚਰ ਦਾ ਏਰੀਆ ਹੈ, ਸਭ ਤੋਂ ਪਹਿਲੇ ਅਸੀਂ ਡਾਈਵਰਸੀਫਾਈ ਕੀਤਾ ਸੀ। ਅਤੇ ਹਾਰਟੀਕਲਚਰ ਦੇ ਉੱਤੇ ਅੱਜ ਕੱਲ੍ਹ ਅਮਰੂਦ ਦੇ ਬਾਗ ਲੱਗ ਰਹੇ ਹੈ, ਨਾਖ ਦੇ ਬਾਗ ਲੱਗ ਰਹੇ ਹੈ, ਕਿੰਨੂਆਂ ਦੇ ਬਾਗ ਜਿਹੜੇ ਹੈ, ਅਤੇ ਉਹਨਾਂ ਵਾਸਤੇ ਇੱਕ ਪਾਲਿਸੀ ਲੈ ਕੇ ਆਉਣੀ ਚਾਹੀਦੀ ਹੈ। ਐਂਡ ਇੱਕ ਲਾਸਟ ਬਾਂਸਲ ਸਾਹਿਬ ਅਤੇ ਕਮਲ ਜੀ ਬੈਠੇ ਹੈ, ਉੱਥੇ ਵਿਧਾਨ ਸਭਾ ਦੇ ਵਿੱਚ ਜ਼ਿਕਰ ਹੋਇਆ ਸੀ ਵੀ ਆਹ ਜਿਹੜਾ GST ਦੇ ਲਈ ਅੱਜ ਕੱਲ੍ਹ ਬੜਾ ਇੱਕ ਖੌਫ ਦਾ ਮਾਹੌਲ ਹੈ ਬਾਜ਼ਾਰ ਦੇ ਵਿੱਚ। ਮਤਲਬ ਉਹ ਆ ਜਾਂਦੇ, ਉਹਨਾਂ ਨੂੰ ਟਾਰਗੇਟਸ ਦਿੱਤੇ ਗਏ ਵੀ ਇੰਨੇ ਪੈਸੇ ਲੈ ਕੇ ਆਉਣੇ, ਅਤੇ ਉਹ ਵੀ ਮਤਲਬ ਮੈਂ ਸਰਕਾਰ ਨੂੰ ਰਿਕੁਐਸਟ ਕਰੂੰਗਾ ਵੀ ਉਹਦੇ ਉੱਤੇ ਵੀ ਗੌਰ ਕੀਤਾ ਜਾਵੇ। ਐਂਡ ਹੁਣ ਜੇ ਕੋਈ ਸਵਾਲ ਪੁੱਛਣਾ ਚਾਹੁੰਦਾ ਤਾਂ ਅਗੇਨ ਮੇਰਾ ਮਕਸਦ ਸੀਗਾ ਵੀ ਲੋਕਾਂ ਨੂੰ ਦੱਸੀਏ ਵੀ ਤੁਹਾਡਾ ਨੁਮਾਇੰਦਾ ਉੱਥੇ ਕੀ ਕਰਕੇ ਆਇਆ, ਅਤੇ ਮੈਂ ਪੂਰਾ ਪ੍ਰਯਾਸ ਕੀਤਾ। ਮੇਰੀ 100% ਅਟੈਂਡੈਂਸ ਸੀ ਪਿਛਲੇ ਸੈਸ਼ਨ ਦੇ ਵਿੱਚ ਵੀ, ਇਸ ਸੈਸ਼ਨ ਦੇ ਵਿੱਚ ਵੀ, ਅਤੇ ਬਿਲਕੁਲ ਐਂਡ ਤੱਕ ਮੈਂ ਵਿਧਾਨ ਸਭਾ ਦੇ ਵਿੱਚ ਰਹਿੰਦਾ ਸੀ, ਤਾਂ ਕਿ ਅਬੋਹਰ ਦੇ ਲੋਕਾਂ ਨੂੰ ਨਾ ਹੋਵੇ ਵੀ ਸਾਡਾ ਨੁਮਾਇੰਦਾ ਉੱਥੇ ਉਹਦੀ ਹਾਜ਼ਰੀ ਨਹੀਂ ਹੈ, ਉਹ ਅਬੋਹਰ ਦੀ ਗੱਲ ਨਹੀਂ ਰੱਖ ਰਿਹਾ। ਜਿੰਨਾ ਟਾਈਮ ਮਿਲਿਆ ਮੈਂ ਪੂਰਾ ਪ੍ਰਯਾਸ ਕੀਤਾ ਵੀ ਅਬੋਹਰ ਦੇ ਲੋਕਾਂ ਦੀ ਮੈਂ ਉੱਥੇ ਗੱਲ ਰੱਖਾਂ। ਥੈਂਕ ਯੂ ਸਰ। ਬੱਲੂਆਣੇ ਹਲਕੇ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ 2 ਵਾਰੀ ਆ ਚੁੱਕੇ ਜੀ। ਹਾਂਜੀ, ਇੱਕ ਵਾਰੀ ਅਬੋਹਰ ਦੇ ਵਿੱਚ ਵੀ ਆਏ ਸੀਗੇ, ਲੇਕਿਨ ਹਲਕਾ ਬੱਲੂਆਣਾ ਹੀ ਸੀਗਾ ਜੀ। ਉੱਥੇ 500-700 ਕਰੋੜ ਦੇ ਪ੍ਰੋਜੈਕਟ ਦੇ ਕੇ ਚਲੇ ਗਏ ਜੀ। ਕੀ ਕਾਰਨ ਕੀ ਹੈ ਵੀ ਆਪਣੇ ਬੱਸ ਸਟੈਂਡ ਨੂੰ 2.5-3 ਕਰੋੜ ਦਾ ਮਤਲਬ ਪੈਸੇ ਨਹੀਂ ਮਿਲ ਪਾ ਰਹੇ ਜੀ। ਉੱਥੇ ਪ੍ਰੋਜੈਕਟ ਮਤਲਬ ਲਾਗਲੇ ਹਲਕੇ ਦੇ ਵਿੱਚ ਤਾਂ ਪ੍ਰੋਜੈਕਟ ਦਿੱਤੇ ਜਾ ਰਹੇ ਤੇ ਆਪਾਂ ਨੂੰ 2.5 ਕਰੋੜ ਦਿੱਤੇ ਨਹੀਂ ਜਾ ਰਹੇ, ਬਾਰ-ਬਾਰ ਆਪਾਂ ਮੰਗ ਵੀ ਚੁੱਕ ਰਹੇ ਹਾਂ। ਨਹੀਂ ਜੀ, ਇਹਦੇ ਵਿੱਚ ਇੱਕ ਮੈਂ ਥੋੜ੍ਹਾ ਜਿਹਾ ਤੁਹਾਨੂੰ ਕਰੈਕਟ ਕਰਨਾ ਚਾਹੂੰਗਾ। ਜਿਹੜੇ ਤੁਸੀਂ 500 ਕਰੋੜ ਦੀ ਗੱਲ ਕਰ ਰਹੇ ਹੋ, ਉਹ ਜਿਹੜਾ ਪੱਤਰੇ ਵਾਲੇ ਜਿਹੜਾ ਪਾਣੀ ਪੀਣ ਵਾਲੇ ਪਾਣੀ ਦਾ ਪ੍ਰੋਜੈਕਟ ਹੈ, ਉਹ ਪੁਰਾਣਾ ਪ੍ਰੋਜੈਕਟ ਹੈ। ਐਂਡ ਉਹ ਸਿਰਫ ਇਕੱਲੇ ਬਲਵਾਣੇ ਹਲਕੇ ਦਾ ਨਹੀਂ, ਉਹ ਆਪਣੇ ਅਬੋਹਰ, ਬਲਵਾਣਾ, ਕਾਫੀ ਹੱਦ ਤੱਕ ਫਾਜ਼ਿਲਕਾ ਅਤੇ ਕੁਝ ਪਿੰਡ ਜਲਾਲਾਬਾਦ ਦੇ ਵੀ ਕਵਰ ਕਰੂਗਾ। ਬਟ ਯੈਸ, ਅਗੇਨ ਆਹ ਗੱਲ ਮੈਂ ਪਹਿਲੇ ਵੀ ਕਹੀ ਹੈ, ਬਾਰ-ਬਾਰ ਹੁਣ ਉਹੀ ਗੱਲ ਕਰੀਏ ਵੀ ਜਦੋਂ CM ਸਾਹਿਬ ਆਏ ਸੀ, ਮੈਨੂੰ ਉਮੀਦ ਸੀ ਵੀ ਕੁਛ ਨਾ ਕੁਛ ਹੁਣ ਅਬੋਹਰ ਦੇ ਵਿੱਚ ਪਹਿਲੀ ਵਾਰ CM ਇੰਨੇ ਸਾਲਾਂ ਬਾਅਦ ਕੋਈ ਸਿਟਿੰਗ CM ਆਇਆ। ਬਟ ਚਲੋ ਉਹ ਉਹਨਾਂ ਦੀ ਸੋਚ ਹੈ, ਲੇਕਿਨ ਮੈਂ ਨਿਰੰਤਰ ਪ੍ਰਯਾਸ ਕਰਦਾ ਰਹੂੰਗਾ
ਵੀ ਅਬੋਹਰ ਦੀ ਗੱਲ ਤੇ ਅਬੋਹਰ ਨੂੰ ਆਪਾਂ ਕੀ ਕੁਝ ਚਾਹੀਦਾ ਆਵਾਜ਼ ਉਠਾਉਣੀ। ਸਰ, ਇੱਕ ਅਜੀਮਗੜ੍ਹ ਦਾ ਸਟੇਡੀਅਮ ਦਾ ਬਹੁਤ ਬੁਰਾ ਹਾਲ ਹੈ, ਮਤਲਬ ਚੋਰ ਹੈ ਜਿਹੜੇ ਉਹ ਯੈਸ, ਅੱਜ ਮੈਨੂੰ ਆਈ ਥਿੰਕ ਨਰੂਲਾ ਜੀ ਨੇ ਫੋਨ ਵੀ ਕੀਤਾ ਸੀ, ਅੱਜ ਕਿਸੇ ਨੇ ਮੈਨੂੰ ਸਟੋਰੀ ਵੀ ਇੱਕ ਆਈ ਹੋਈ ਹੈ ਤੇ ਮੈਂ ਹੁਣ ਮੇਰੇ ਨੋਟਿਸ 'ਚ ਹੈ ਗੱਲ, ਤੇ ਉੱਥੇ ਜਾ ਕੇ ਉਹਨੂੰ ਮਤਲਬ ਮੌਕਾ ਵੀ ਵੇਖਾਂਗੇ ਤੇ ਮਤਲਬ ਕਿਉਂਕਿ ਬੜਾ ਔਖਾ ਬੜੀ ਮੁਸ਼ਕਿਲ ਨਾਲ ਤਾਂ ਆਪਾਂ ਇਸ ਢਾਂਚੇ ਖੜੇ ਕਰ ਰਹੇ ਤੇ ਖੜੇ ਹੋਣ ਤੋਂ ਪਹਿਲੇ ਹੀ ਜੇ ਆਪਾਂ ਢਾਹ ਦਿਆਂਗੇ ਉੱਥੇ ਮਾੜੇ ਹਾਲ ਹੋ ਜਾਣਗੇ, ਫਿਰ ਕੀ ਆਪਾਂ ਨੂੰ ਬੈਨੀਫਿਟ ਮਿਲੇਗਾ। ਸਰ ਟੈਟ ਦੇ ਪੇਪਰ ਦਾ ਰੌਲਾ ਪਿਆ ਹੋਇਆ ਜੀ ਕੱਲ ਦਾ, ਆਨਸਰੀਆਂ ਦੇ ਵਿੱਚ ਬਹੁਤ ਅਗੇਨ ਆ ਮੰਤਰੀ ਸਾਹਿਬ ਨੂੰ ਤੇ ਸਰਕਾਰ ਨੂੰ ਦੇਖਣਾ ਚਾਹੀਦਾ ਵੀ ਜਾਂ ਤਾਂ ਲਾਪਰਵਾਹੀ ਹੈ ਜਾਂ ਕੋਈ ਕਿਸੇ ਨੇ ਜਾਣਬੁੱਝ ਕੇ ਕੀਤਾ, ਬਟ ਉਹਦੀ ਗਹਿਰਾਈ ਤੱਕ ਜਾਣਾ ਚਾਹੀਦਾ ਹੈ। ਐਂਡ ਦਿਸ ਇਜ਼ ਵਾਟ ਗੁੱਡ ਗਵਰਨੈਂਸ ਇਜ਼ ਆਲ ਅਬਾਊਟ, ਵੀ ਇਹ ਜਿਹੜੀ ਚੀਜ਼ਾਂ ਇਹਨਾਂ ਦੇ ਉੱਤੇ ਕੌਣ ਧਿਆਨ ਦੇ ਰਿਹਾ। ਸਰ 60 ਕੁਐਸਚਨ ਚ 58 ਜਿਹੜੇ ਸੀਗੇ ਕੁਐਸਚਨ ਨੂੰ ਇਸ ਤਰ੍ਹਾਂ Already answered. ਜਿਹੜਾ ਬੋਲਡ ਕੀਤਾ ਹੋਇਆ ਯੈਸ ਸੀਗਾ। ਯੈਸ, ਹਾਂ ਮਤਲਬ ਰਾਮਨਗਰ ਦੇ ਵਿੱਚ ਹੱਡਾ ਰੋੜੀ ਹਾਂਜੀ। ਹੈ, ਉਹ ਕੇਸ ਜੋ ਜਿੱਤ ਚੁੱਕੇ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ 3 ਮਹੀਨਿਆਂ ਦਾ ਆਦੇਸ਼ ਦਿੱਤਾ ਸੀ ਵੀ ਹੱਡਾ ਰੋੜੀ ਚੁੱਕਣੀ ਚਾਹੀਦੀ ਹੈ ਨਿਗਮ ਵਾਸਤੇ, ਨਿਗਮ ਨੂੰ ਆਦੇਸ਼ ਦਿੱਤਾ ਜੀ। ਹਾਈ ਕੋਰਟ ਨਹੀਂ, ਸੌਰੀ, ਸੈਸ਼ਨ ਦੇ ਵਿੱਚ ਓਕੇ, ਉਹ ਜਿੱਤੇ ਆ ਜੀ। ਉੱਥੋਂ ਹੱਡਾ ਰੋੜੀ ਨਹੀਂ ਚੁੱਕੀ ਜੀ। ਉਸ ਤੋਂ ਬਾਅਦ ਜੀ ਉੱਥੇ ਕੂੜੇ ਦੇ ਵਿੱਚ ਲਗਾਤਾਰ ਅੱਗ ਲੱਗੀ ਹੋਈ ਹੈ, ਪਿਛਲੇ ਕਈ ਮਹੀਨਿਆਂ ਤੋਂ ਲੱਗੀ ਹੈ, ਹੁਣ ਲਗਾਤਾਰ ਹੀ ਚੱਲ ਰਹੀ ਹੈ ਤੇ ਲੋਕ ਉੱਥੇ ਦਮੇ ਦੀ ਬਿਮਾਰੀ ਨਾਲ ਪਰੇਸ਼ਾਨ ਹੋ ਰਹੇ ਆ ਜੀ। ਦੇਖੋ ਕੋਰਟ ਦਾ ਆਰਡਰ ਮੈਂ ਵੇਖਿਆ ਨਹੀਂ, ਅੱਜ ਮੈਂ ਪਤਾ ਕਰ ਲੈਣਾ, ਬਟ ਇਟ ਇਜ਼ ਅ ਸੀਰੀਅਸ ਇਸ਼ੂ ਐਂਡ ਮੁੱਦਾ ਇਸ ਵਾਰ ਵਿਧਾਨ ਸਭਾ ਦੇ ਵਿੱਚ ਵੀ ਉੱਠਿਆ ਸੀਗਾ, ਕਿਉਂਕਿ ਪਿੰਡਾਂ ਦੇ ਵਿੱਚ ਵੀ ਹੱਡਾ ਰੋੜਾ ਦੀ ਤੇ ਕੁਝ ਚੰਗੇ ਸੁਝਾਅ ਵੀ ਆਏ ਸੀ। ਤੇ ਇੱਕ ਗੱਲ ਮੈਂ ਭੁੱਲ ਗਿਆ ਦੱਸਣਾ, ਜਦੋਂ ਮੈਡੀਕਲ ਕਾਲਜਿਸ ਦੀ ਕੁਝ ਡਿਬੇਟ ਹੋਇਆ ਸੀ ਵਿਧਾਨ ਸਭਾ ਦੇ ਵਿੱਚ, ਸਰਕਾਰ ਨੇ ਕਿਹਾ ਸੀ ਵੀ ਅਸੀਂ 16 ਮੈਡੀਕਲ ਕਾਲਜਿਸ ਨਵੇਂ ਬਣਾਵਾਂਗੇ ਪੰਜਾਬ ਦੇ ਵਿੱਚ, ਤੇ ਉਹਦੇ ਵਿੱਚ ਜਿੰਨੀ ਕਿ ਮੇਰੇ ਸਮਝ ਲੱਗੀ, ਮੰਤਰੀ ਸਾਹਿਬ ਨੇ ਉੱਥੇ ਕਿਹਾ ਸੀਗਾ ਵੀ ਸਾਨੂੰ ਕਈ ਥਾਂ ਜਗ੍ਹਾ ਦੀ ਦਿੱਕਤ ਹੈ ਤੇ ਜਿਹੜਾ ਕੋਈ ਜਗ੍ਹਾ ਦੇਣਾ ਚਾਹੁੰਦਾ ਹੈ, ਤੇ ਮੈਂ ਹੁਣ ਅੱਜ ਹੀ ਆਇਆ ਮਤਲਬ ਚੰਡੀਗੜ੍ਹ ਤੋਂ, ਮੈਂ ਆਈ ਵਿਲ ਟਰਾਈ ਟੂ ਆਇਡੈਂਟੀਫਾਈ ਵੀ ਆਪਾਂ ਕੋਈ ਆਪਣੇ ਕੋਲੇ ਜੇ ਕੋਈ ਜਗ੍ਹਾ ਹੈ, ਮੈਂ ਅੱਜ ਹੀ ਉਹਦੇ ਤੇ ਕਾਰਵਾਈ ਐਕਚੁਅਲੀ ਸ਼ੁਰੂ ਕਰਤੀ ਹੈ ਤੇ ਮੈਂ 2 ਸਾਈਟਸ ਆਇਡੈਂਟੀਫਾਈ ਵੀ ਕਰ ਲਈ ਹੈ ਤੇ ਮੈਂ ਇੱਕ ਮਤਲਬ ਐਟਲੀਸਟ ਰਿਪੋਰਟ ਬਣਾ ਕੇ ਸਰਕਾਰ ਨੂੰ ਆਪਣਾ ਦਾਅਵਾ ਤਾਂ ਪੇਸ਼ ਕਰੀਏ ਵੀ ਸਾਡੇ ਕੋਲੇ ਜਗ੍ਹਾ ਹੈ ਤੇ ਆਪਾਂ ਲਾਈਨ ਤੇ ਤਾਂ ਲੱਗੀਏ ਵੀ ਅਸੀਂ ਤਿਆਰ ਹਾਂ ਜਗ੍ਹਾ ਦੇਣ 'ਚ, ਸਾਡੇ ਮੈਡੀਕਲ ਕਾਲਜ ਬਣਾਇਆ ਜਾਵੇ। ਸਰ ਅਬੋਹਰ ਦੇ ਵਿੱਚ ਦੁਕਾਨਦਾਰ ਕਾਫੀ ਮਤਲਬ ਨਾਰਾਜ਼ ਵੀ ਨੇ ਨਿਗਮ ਤੋਂ ਜੀ ਕਿ ਇੱਕੋਦਮ ਧੱਕਾ ਹੋ ਰਿਹਾ ਹੈ। ਕੁਝ ਲੋਕਾਂ ਦੇ ਬਿਆਨ ਵੀ ਆ ਰਹੇ ਆ ਕਿ ਇਨਕਰੋਚਮੈਂਟ ਹਟਾਉਣ ਦੇ ਚੱਕਰਾਂ ਦੇ ਵਿੱਚ ਜਿਹੜੇ ਦੁਕਾਨਦਾਰਾਂ ਨਾਲ ਧੱਕਾ। ਦੇਖੋ ਤਾਂ ਮੈਨੂੰ ਜੀ ਇਹਦੇ 2 ਪਹਿਲੂ ਹੈ। ਮੇਰੇ ਕੋਲੇ ਕਈ ਲੋਕ ਆਏ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਣ ਦੇਣਾ ਚਾਹੂੰਗਾ। ਮੇਰੇ ਕੋਲੇ ਕਾਫੀ ਸੰਗਤ ਆਈ ਇੱਕ ਦਿਨ, ਉਹ ਕਹਿੰਦੇ ਜੀ ਅਸੀਂ ਬਾਲਾ ਜੀ ਧਾਮ ਰੂਟੀਨ ਦੇ ਵਿੱਚ ਜਾਂਦੇ ਹਾਂ ਤੇ ਬਹੁਤ ਵੱਡੀ ਰੋਡ ਹੈ, ਬਹੁਤ ਜ਼ਿਆਦਾ ਟ੍ਰੈਫਿਕ ਹੈ ਤੇ ਅਸੀਂ ਮਤਲਬ ਫੁੱਟਪਾਥ ਦੇ ਉੱਤੇ ਤੁਰ ਕੇ ਮੰਦਿਰ ਤੱਕ ਜਾਂਦੇ ਹਾਂ ਤੇ ਉਹ ਕਹਿੰਦੇ ਜੀ ਫੁੱਟਪਾਥ ਦੇ ਉੱਤੇ ਦਾ ਮਤਲਬ ਇਨਕਰੋਚਮੈਂਟ ਹੋ ਗਈ, ਕਿਸੇ ਨੇ ਕੁਝ ਕਰ ਰੱਖਿਆ ਤੇ ਫੁੱਟਪਾਥ ਬਣਿਆ ਤਾਂ ਉਹਨਾਂ ਵਾਸਤੇ ਹੀ ਹੈ ਤੇ ਉਹ ਵੀ ਆਪਣੀ ਜਗ੍ਹਾ ਸਹੀ ਹੈ ਵੀ ਇੱਕ ਸੇਫਟੀ ਇਸ਼ੂ ਹੈ ਤੇ ਸਾਰਾ ਕੁਝ ਹੈ। ਤੇ ਮੇਰੀ ਇਹਦੇ ਵਿੱਚ ਮਤਲਬ ਦੇਖੋ ਜਿਹੜੇ ਰੂਲਸ ਹੈ, ਕਾਨੂੰਨ ਹੈ, ਉਹ ਤਾਂ ਸਾਰਿਆਂ ਵਾਸਤੇ ਇੱਕੋ ਹੀ ਹੈ। ਇੱਕ ਸਰ ਪੰਜਾਬ ਸਰਕਾਰ ਨੇ ਅੱਜ ਹੀ ਆਦੇਸ਼ ਜਾਰੀ ਕਰਤਾ ਕਿ ਜਿਹੜੀਆਂ ਪੁਰਾਣੀਆਂ ਪ੍ਰਾਪਰਟੀਆਂ ਹੈ ਉਹਨਾਂ ਦੀ ਕਿਰਾਏ ਵਧਾ ਦਿੱਤੇ, ਕਿ ਇਹ ਚੀਜ਼ ਠੀਕ ਹੈ ਜਾਂ ਮਤਲਬ ਕਿਰਾਇਆ ਵਧਾਤਾ? ਹਾਂ, ਜਿਵੇਂ ਮੰਨ ਲਓ ਦੁਕਾਨਾਂ ਜਿਹੜੀਆਂ ਪਈਆਂ ਜੀ। ਅੱਛਾ, ਮੈਂ ਆ ਆਰਡਰ ਵੇਖਿਆ ਨਹੀਂ ਹੈ, ਮੈਂ ਇੱਕ ਵਾਰ ਵੇਖ ਕੇ ਫੇਰ ਹੀ ਕੋਈ ਮੈਂ ਇਹਦੇ ਤੇ ਟਿੱਪਣੀ ਦੇਵਾਂਗਾ। ਸੰਦੀਪ ਜੀ, ਮੈਨੂੰ ਲੋਕੇਸ਼ਨ ਦੱਸੋ। ਇੱਕ ਬਹੁਤ ਵੱਡੀ ਮੰਗ ਹੈ ਵੂਮੈਨ ਸੈਲ ਦੀ। ਇੱਥੇ ਪਹਿਲਾ ਵੂਮੈਨ ਸੈਲ ਹੈਗਾ ਹੀ, ਲੇਡੀ ਨੂੰ ਬਹੁਤ ਦਿੱਕਤ ਆ ਰਹੀ ਹੈ, ਜਿਹੜੇ ਕੇਸ ਚੱਲਦੇ ਹੈ, ਫਾਟਕ ਦਾ ਬਣਿਆ ਹੈ, ਤੁਸੀਂ ਸਾਡੇ ਕੇ ਮੰਗ ਹੋਈ ਸੀ ਕਿ ਅਬੋਹਰ ਸ਼ਹਿਰ 'ਚ ਵੂਮੈਨ ਸੈਲ ਬਣਾਇਆ ਜਾਵੇ ਤਾਂ ਕਿ ਬੱਲੂਆਣਾ ਗੁਮਜਾਲ ਏਰੀਆ ਜਿਹੜੇ ਬਾਰਡਰ ਨਾਲ ਲੱਗਦੇ ਉਹਨਾਂ ਨੂੰ ਮਹਿਲਾ ਨੂੰ ਬੜੀ ਦਿੱਕਤ ਆ ਰਹੀ ਹੈ। ਨਾ ਜੀ, ਤੁਸੀਂ ਮੈਨੂੰ ਪਹਿਲੇ ਵੀ ਮੇਰੀ ਨੋਟਿਸ 'ਚ ਲੈ ਕੇ ਆਏ ਸੀ, ਮੇਰੀ ਆਫੀਸ਼ੀਅਲ ਰਿਪਰੈਜ਼ੈਂਟੇਸ਼ਨ ਤਿਆਰ ਹੈ ਤੇ ਮੈਂ ਹੁਣ ਵਿਦਿਨ ਸ਼ਾਰਟਲੀ ਮੈਂ ਐਸਐਸਪੀ ਸਾਹਿਬ ਨੂੰ ਤੇ ਮਤਲਬ ਸਰਕਾਰ ਨੂੰ ਮੈਂ ਡਿਮਾਂਡ ਰੱਖੂੰਗਾ ਵੀ ਇਹ ਸਾਡੇ ਇੱਥੇ, ਕਿਉਂਕਿ ਜਿਵੇਂ ਤੁਸੀਂ ਕਿਹਾ ਬਹੁਤ ਇਨਕਨਵੀਨੀਅੰਸ ਆਪਣੇ ਲੋਕਾਂ ਨੂੰ ਹੁੰਦੀ ਹੈ ਉੱਥੇ ਜਾਣ ਦੇ ਵਿੱਚ। ਸਰ ਇੱਕ ਸਕੂਲ ਆਫ ਐਮੀਨੈਂਸ ਦੀ ਜਿਹੜੀ ਸਟੀਲ ਓਵਰ ਬ੍ਰਿਜ ਹੈ ਸਰ, ਸਕੂਲ ਆਫ ਐਮੀਨੈਂਸ ਦੀ ਗੱਲ ਕੀਤੀ ਜਾਵੇ ਤਾਂ ਮਤਲਬ ਜਿਹੜੀ ਲੋਕਲ ਟੀਮ ਆਮ ਆਦਮੀ ਪਾਰਟੀ ਦੀ, ਉਹ ਦੇਖਿਆ ਸੀਗਾ ਕਿ ਉਹ ਕਹਿ ਰਹੇ ਸੀਗੇ ਕਿ ਜਾਣਕਾਰੀ ਨਹੀਂ ਹੈ ਜਦੋਂ ਤੁਸੀਂ ਉਹਨਾਂ ਤੇ ਕਮੈਂਟਸ ਕੀਤਾ ਸੀਗਾ, ਲੇਕਿਨ ਉਹਨਾਂ ਦੇ ਮੇਰੇ ਖਿਆਲ 'ਚ ਇਹ ਚੀਜ਼ ਧਿਆਨ ਨਹੀਂ ਕਿ ਜਿਹੜੀ ਪੀਐਮ ਸ਼੍ਰੀ ਜਿਹੜੀ ਯੋਜਨਾ ਜਿਹੜੀ ਹੈਗੀ ਸਕੂਲ ਆਫ ਰਾਈਜ਼ਿੰਗ ਇੰਡੀਆ ਜਿਹੜੀ ਹੈ ਪੀਐਮ ਦੀ, ਉਹ ਜਿਹੜੀ ਹੈ ਡਿਸਟ੍ਰਿਕਟ ਦੇ ਵਿੱਚ ਜਿਹੜੇ ਹੋਰ ਵੀ ਆਏ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀਗਾ ਕਿ ਜਿਹੜੇ 2 ਸਕੂਲ ਜਿਹੜੇ ਇੱਥੋਂ ਦੇ ਪੀਐਮ ਸ਼੍ਰੀ ਯੋਜਨਾ ਦੇ ਵਿੱਚ ਆਏ ਆ, ਇਸ ਕਰਕੇ ਸਕੂਲ ਆਫ ਐਮੀਨੈਂਸ ਦੇ ਵਿੱਚ ਉਹਨਾਂ ਨੂੰ ਨਹੀਂ ਲਿਆਂਦਾ ਗਿਆ, ਅਬੋਹਰ ਦੇ ਜਿਹੜੇ ਸਕੂਲ ਹੈ। ਲੇਕਿਨ ਡਿਸਟ੍ਰਿਕਟ ਦੇ ਵਿੱਚ ਤਾਂ ਪੀਐਮ ਸ਼੍ਰੀ ਦੇ ਤਹਿਤ ਜਿਹੜੇ ਹੈਗੇ ਮੇਰੇ ਖਿਆਲ 'ਚ 13 ਤੋਂ 14 ਜਿਹੜੇ ਸਕੂਲਸ ਆਏ, ਇਹਦਾ ਮਤਲਬ ਉਹਨਾਂ ਨੂੰ ਨਹੀਂ ਧਿਆਨ ਹੈ ਇਸ ਚੀਜ਼ ਦਾ। ਨਹੀਂ, ਦੇਖੋ ਅਗੇਨ ਉਹਨਾਂ ਨੇ ਸ਼ਾਇਦ ਮੇਰੀ ਗੱਲ ਫੋਲੋ ਨਹੀਂ ਕੀਤੀ, ਮੈਂ ਕੀ ਕਹਿਣਾ ਕੀ ਚਾਹ ਰਿਹਾ ਸੀ। ਮੈਂ ਐਗਜ਼ਾਮਪਲ ਆ ਦਿੱਤਾ ਸੀ ਵੀ ਸਾਡੇ ਅਬੋਹਰ ਦੇ ਵਿੱਚ ਐਜੂਕੇਸ਼ਨ ਦਾ ਮਤਲਬ ਸ਼ੁਰੂ ਤੋਂ ਹੀ ਬਹੁਤ
ਉਹ ਰਿਹਾ ਸੈਂਟਰ ਐਜੂਕੇਸ਼ਨ ਦਾ ਰਿਹਾ ਆਪਣਾ ਅਬੋਹਰ ਐਂਡ ਵੀ ਸਾਡੇ ਕੋਲੇ ਤਾਂ 100 ਸਾਲ ਪੁਰਾਣਾ ਵੀ ਸਕੂਲ ਹੈ ਤੇ ਸਕੂਲ ਆਫ ਐਮੀਨੈਂਸ ਜੇ ਆਪਾਂ ਟੀਚਰਸ ਦੀ ਵੀ ਗੱਲ ਕਰੀਏ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਟੀਚਰਸ ਆਪਣੇ ਅਬੋਹਰ ਫਾਜ਼ਿਲਕੇ ਏਰੀਏ ਤੋਂ ਮਤਲਬ ਟੀਚਰਸ ਹੈਗੇ ਬਿਲੋਂਗ ਕਰਦੇ ਹੈ ਤੇ ਇਸ ਕਰਕੇ ਮੈਂ ਉਹ ਗੱਲ ਚਲੋ ਹੋ ਸਕਦਾ ਉਹਨਾਂ ਨੂੰ ਸਮਝ ਨਾ ਲੱਗੀ ਬਟ ਅਲਟੀਮੇਟਲੀ ਜਦੋਂ ਸਕੂਲ ਆਫ ਐਮੀਨੈਂਸ ਬਣ ਰਿਹਾ ਤਾਂ ਮੇਰਾ ਤਾਂ ਇੱਕ ਸਿੰਪਲ ਜਿਹਾ ਵੀ ਵਾਈ ਨਾਟ ਅਬੋਹਰ ਦੇ ਵਿੱਚ ਵੀ ਹੋਣਾ ਚਾਹੀਦਾ ਤੇ ਜੇ ਸਰਕਾਰ ਨੂੰ ਲੱਗਦਾ ਵੀ ਉਹਨਾਂ ਦਾ ਕ੍ਰਾਈਟੇਰੀਆ ਕੋਈ ਸਾਡਾ ਸਕੂਲ ਮੀਟ ਨਹੀਂ ਕਰਦਾ ਜਾਂ ਤਾਂ ਮੈਨੂੰ ਦੱਸ ਦਿਓ ਜਾਂ ਤੁਸੀਂ ਆਪਣੇ ਬੰਦਿਆਂ ਨੂੰ ਦੱਸ ਦਿਓ ਤੇ ਆਪਾਂ ਕੋਸ਼ਿਸ਼ ਕਰਕੇ ਕ੍ਰਾਈਟੇਰੀਆ ਮੀਟ ਕਰਕੇ ਇੱਕ ਸਕੂਲ ਆਫ ਐਮੀਨੈਂਸ ਦਾ ਫਾਇਦਾ ਆਪਣੇ ਹਲਕੇ ਨੂੰ ਵੀ ਮਿਲਣਾ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਮਿਲਣਾ ਚਾਹੀਦਾ ਮੀਡੀਆ ਨਾਲ ਵੀ ਧੱਕਾ ਕਰ ਰਹੀ ਪੰਜਾਬ ਸਰਕਾਰ, ਆਵਾਜ਼ ਦੱਬੀ ਜਾ ਰਹੀ ਕੁਝ ਅਦਾਰਿਆਂ ਦੀ। ਹਾਂਜੀ। ਉਸੇ ਤਰ੍ਹਾਂ ਤੁਹਾਨੂੰ ਵੀ ਲੱਗਦਾ ਵਿਰੋਧੀ ਧਿਰ ਦੀ ਆਵਾਜ਼ ਵੀ ਦੱਬੀ ਜਾ ਰਹੀ ਹੈ ਕਿਉਂਕਿ ਵਿਧਾਨ ਸਭਾ ਸੈਸ਼ਨ ਵਿੱਚ ਉਹਨਾਂ ਤੇ ਫੋਕਸ ਨਹੀਂ ਕੀਤਾ ਜਾਂਦਾ ਪ੍ਰੋਪਰ? ਨਹੀਂ ਦੇਖੋ ਇਹਦੇ ਵਿੱਚ ਵਧੀਆ ਤੁਸੀਂ ਗੱਲ ਕੀਤੀ ਦੇਖੋ ਕਿੱਥੇ ਨਾ ਕਿੱਥੇ ਜਦੋਂ ਮਨੀਸ਼ ਸਿਸੋਦੀਆ ਜੀ ਤੇ ਇਹਨਾਂ ਦੇ ਸਤਿੰਦਰ ਜੈਨ ਜੀ ਮਤਲਬ ਉਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਹੈ ਸਰਕਾਰ ਕਰਦੀ ਹੈ ਤਾਂ ਉਹ ਕਹਿੰਦੇ ਵੀ ਲੈ ਜੀ ਧੱਕਾ ਹੋ ਰਿਹਾ। ਹੁਣ ਉਹੀ ਚੀਜ਼ ਜੇ ਪੰਜਾਬ ਦੇ ਵਿੱਚ ਇਹਨਾਂ ਦੀ ਸਰਕਾਰ ਕਰਦੀ ਹੈ ਉਹ ਓਕੇ ਹੈ। ਅਗਰ ਕੋਈ ਮੀਡੀਆ ਖਬਰ ਲਾ ਦਿੰਦੀ ਹੈ ਉਹ ਕਹਿੰਦੇ ਲੈ ਮੀਡੀਆ ਤਾਂ ਵਿਕ ਗਿਆ। ਹੁਣ ਇੱਥੇ ਜੇ ਕੋਈ ਮੀਡੀਆ ਖਬਰ ਨਹੀਂ ਲਾਉਂਦੀ ਆ ਉਹ ਕਹਿੰਦੇ ਲੈ ਜੀ ਮਤਲਬ ਤਾਂ ਆਹ ਦੇਖੋ ਡਬਲ ਸਟੈਂਡਰਡ। ਜਿਵੇਂ ਤੁਸੀਂ ਗੱਲ ਕੀਤੀ ਐਡਵਰਟਾਈਜ਼ਮੈਂਟਸ ਇਹਨਾਂ ਨੇ ਕਈ ਅਖਬਾਰਾਂ ਦੀ ਰੋਕਤੀ। ਉਸ ਦਿਨ ਅਜੀਤ ਦੇ ਜਿਹੜੇ ਸੀਗੇ ਉਹਨਾਂ ਨੂੰ ਨਹੀਂ ਮਤਲਬ ਸਭ ਤੋਂ ਆਪਣਾ ਮਾਨਿਆ ਹੋਇਆ ਮਤਲਬ ਅਖਬਾਰ ਹੈ ਪੰਜਾਬ ਦਾ ਵਨ ਆਫ ਦਾ ਓਲਡੈਸਟ ਪਬਲੀਕੇਸ਼ਨਸ ਤੇ ਇਟ ਇਜ਼ ਰੋਂਗ ਜਸਟ ਬਿਕੋਜ਼ ਉਹਨਾਂ ਨੇ ਕੋਈ ਖਬਰ ਜਿਹੜੀ ਦੇਖੋ ਪ੍ਰੈਸ ਦਾ ਕੰਮ ਹੈ ਵੀ ਸਰਕਾਰ ਨੂੰ ਚੇਤਾ ਕਰਾਉਣਾ ਵੀ ਆਹ ਕੁਛ ਹੈ ਉਹਦੇ ਵਿੱਚ ਹੋ ਸਕਦਾ ਕੁਝ ਕਮੀਆਂ ਵੀ ਹੋਣਗੀ ਐਂਡ ਇਸ ਕਰਕੇ ਤੁਹਾਨੂੰ ਚੌਥਾ ਸਤੰਭ ਕਿਹਾ ਜਾਂਦਾ ਲੋਕਤੰਤਰ ਦਾ। ਕਮੀਆਂ ਵੀ ਦੱਸਣਾ ਵਿਪਕਸ਼ ਦਾ ਤੇ ਪ੍ਰੈਸ ਦਾ ਇਟ ਇਜ਼ ਅ ਡਿਊਟੀ ਐਂਡ ਅਗੇਨ ਮਤਲਬ ਆਮ ਆਦਮੀ ਸਰਕਾਰ ਨੂੰ ਥੋੜ੍ਹਾ ਜਿਹਾ ਇਹ ਗੱਲਾਂ 'ਤੇ ਗੌਰ ਕਰਨਾ ਜ਼ਰੂਰੀ ਹੈ। ਐਂਡ ਮੈਂ ਉਦਾਹਰਣ ਮੈਂ ਦਿੱਤਾ ਸੀ ਤੁਸੀਂ ਬੱਸ ਅੱਡੇ ਦੀ ਵਾਰ-ਵਾਰ ਗੱਲ ਕਰਦੇ ਹੋ ਮੈਂ ਕਿਹਾ ਜੀ ਆਪਾਂ ਰੋਜ਼ ਕਰੋੜਾਂ ਦੇ ਇਸ਼ਤਿਹਾਰ ਲਾ ਦਿੰਦੇ ਹਾਂ ਤੇ ਸਾਡਾ ਤਾਂ ਮਾਤਰ 292 ਦਾ ਤਾਂ ਪ੍ਰੋਜੈਕਟ ਅੱਜ ਵੀ ਤੁਸੀਂ ਵੇਖਿਆ ਹੋਣਾ ਸਕੂਲ ਆਫ ਐਮੀਨੈਂਸ ਦੀ ਇੱਕ ਵੱਡੀ ਐਡ ਆਈ ਹੋਈ ਹੈ ਹਰ ਥਾਂ ਮਤਲਬ ਉਹਦੇ ਸਰ ਮੈਂ ਸੈਸ਼ਨ ਤੇ ਵੀ ਕਹਿ ਰਿਹਾ ਸੈਸ਼ਨ ਤੇ ਵਿਰੋਧੀ ਧਿਰ ਤੇ ਫੋਕਸ ਨਹੀਂ ਕੀਤਾ। ਨਹੀਂ ਚਲੋ ਉਹ ਉਹਨਾਂ ਦੀ ਸੋਚ ਹੈ। ਕਈ ਵਾਰ ਵਿਧਾਨ ਸਭਾ ਜਿਵੇਂ ਮੁੱਦਾ ਉੱਠਿਆ ਵੀ ਉਹ ਸਾਨੂੰ ਦੂਰੋਂ ਦਿਖਾ ਦਿੰਦੇ ਪਰ ਮੈਂ ਇੱਕ ਬੜਾ ਹਰ ਚੀਜ਼ ਨੂੰ ਮੈਂ ਪੋਜ਼ਿਟਿਵ ਤਰੀਕੇ ਨਾਲ ਵੇਖਦਾ ਤੇ ਮੈਂ ਕਿਹਾ ਚਲੋ ਐਟਲੀਸਟ ਸਾਡੀ ਆਵਾਜ਼ ਤਾਂ ਪਹੁੰਚ ਰਹੀ ਹੈ। ਭ੍ਰਿਸ਼ਟਾਚਾਰ ਦਾ ਬੜਾ ਮੁੱਦਾ ਚੱਲਿਆ ਹੈ। ਕਿਸਕਾ ਜੀ? ਭ੍ਰਿਸ਼ਟਾਚਾਰ ਦਾ ਮਾਨਸਾ ਦੇ ਵਿੱਚ ਚੇਅਰਮੈਨ ਨੂੰ ਫੜਿਆ ਗਿਆ ਜੀ ਵੀਡੀਓ ਵਾਇਰਲ ਹੋਈ ਹੈ ਹੋਰ ਵੀ ਅਬੋਹਰ ਦੇ ਵਿੱਚ ਕਈ ਲੇਕਿਨ ਕੋਈ ਕਾਰਵਾਈ ਠੋਸ ਨਹੀਂ ਸਰਾਰੀ ਤੇ ਵੀ ਨਹੀਂ ਮੰਤਰੀ ਨਹੀਂ ਦੇਖੋ ਅਗੇਨ ਡਬਲ ਸਟੈਂਡਰਡਸ ਦੀ ਜਿਹੜੀ ਮੈਂ ਗੱਲ ਕਰ ਰਿਹਾ ਵੀ ਸਰਾਰੀ ਸਾਹਿਬ ਦਾ ਕੀ ਬਣਿਆ ਉਹ ਅਮਿਤ ਰਤਨ ਜੀ ਜਿਹੜੇ ਸੀ ਇੰਨਾ ਪ੍ਰੈਸ਼ਰ ਬਣਨ ਦੇ ਬਾਅਦ ਉਹਨਾਂ ਤੇ ਕੋਈ ਕਾਰਵਾਈ ਹੋਈ। ਸਿੰਗਲਾ ਸਾਹਿਬ ਦਾ ਹੁਣ ਆਪਾਂ ਨੂੰ ਪਤਾ ਹੀ ਨਹੀਂ ਵੀ ਕੀ ਹੋ ਰਿਹਾ ਕੀ ਨਹੀਂ ਤੇ ਉਹ ਬਾਰ-ਬਾਰ ਕਹਿ ਦਿੰਦੇ ਸਾਰੇ ਚੋਰ ਹੋ ਵਿਪਕਸ਼ ਦੇ ਪਾਸੇ ਹੱਥ ਕਰਕੇ ਤੇ ਦੇਖੋ ਅੰਦਰ ਵੀ ਜਾਕੀ ਮਾਰ ਕੇ ਵੇਖੋ ਮਤਲਬ ਉਹਦੇ ਵਿੱਚ देयर शुड बी ਜ਼ੀਰੋ ਕਰਪਸ਼ਨ ਫॉर एवरीवन ਮਤਲਬ ਚਾਹੇ ਕੋਈ ਹੋਵੇ ਕਰਪਸ਼ਨ ਤਾਂ ਕਰਪਸ਼ਨ ਹੀ ਹੈ ਮਤਲਬ ਉਸ ਮੈਂ ਸਹਿਮਤ ਹਾਂ ਉਸ ਨਾਲ ਵੀ देयर शुड बी ਜ਼ੀਰੋ ਕਰਪਸ਼ਨ ਬਟ ਉਹਦੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ। ਆਪਣੇ ਅਬੋਹਰ ਵੇਖ ਲਓ ਇੰਨੀ ਗੱਲਾਂ ਆ ਰਹੀ ਹੈ ਐਲੀਗੇਸ਼ਨਸ ਹੈ ਮਤਲਬ ਬਹੁਤ ਕੁਝ ਤੇ ਉਹ ਕਨਕਲੂਡ ਤਾਂ ਕਰੋ ਜਾਂ ਉਹਨੂੰ ਕਹੋ ਵੀ ਆ ਸਹੀ ਹੈ ਜਾਂ ਉਹਨੂੰ ਕਹੋ ਵੀ ਆ ਗਲਤ ਹੈ। भाई साहब एक जो से चंडी जी का मसला है हाँ जी बिना एफआईआर लुकआउट नोटिस जारी होना नहीं देखो लुकआउट नोटिस तो किसी पे भी जारी हो सकता है। लुकआउट नोटिस मीन्स भी सरकार को खतरा है भी ये आदमी बाहर चला जाएगा उसको हम इन्वेस्टिगेट कर रहे हैं तो लुकआउट नोटिस में कोई वैसे और एक ये मसला था कि जैसे कोई एक या तो इतना कुछ है कि सोशल मीडिया पे कोई अपने हथियार की फोटो डाल दे तो उस पर पर्चा हो जाता है लेकिन वो अमृतपाल के साथ सारे वो हथियारबंद खुले रूप से चलते हैं। नहीं तो अब फाइनली सरकार लोगों के लाइसेंस कैंसिल हुए बट अगेन मैं आपकी बात से सहमत हूँ अगर करो तो सबके लिए करो वरना ना करो। ਭਾਈ ਸਾਹਿਬ ਇੱਕ ਸਰ ਨਗਰ ਨਿਗਮ ਦਾ ਇੱਕ ਸਟੀਲ ਓਵਰ ਬਣਿਆ ਜੀ ਆਪਣਾ ਉਹਦੀ ਕਾਫੀ ਹਾਲਤ ਖਰਾਬ ਹੈ ਟੈਲਾਂ ਟੁੱਟ ਚੁੱਕੀਆਂ ਤੇ ਰੋਜ਼ ਹਾਦਸੇ ਵੀ ਹੁੰਦੇ ਆ ਜੀ ਔਰ ਨਗਰ ਨਿਗਮ ਮੇਰੇ ਸੁਣਨ ਚ ਆਇਆ ਕਹਿੰਦੇ ਵੀ ਸਾਡਾ ਹੈ ਨਹੀਂ ਰੇਲਵੇ ਚ। ਦੇਖੋ ਇਹਦੇ ਵਿੱਚ ਮੇਰੇ ਖਿਆਲ ਕੁਝ ਵਿਵਾਦ ਹੈ ਡਿਪਟੀ ਸਾਹਿਬ ਬੈਠੇ ਹੈ ਇੱਥੇ ਗੱਲ ਕਰਕੇ ਅੱਜ ਅਸੀਂ ਇਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰਾਂਗੇ ਬਿਕੋਜ਼ ਯੈਸ ਕਈ ਵਾਰ ਉਹਦੇ ਵਿੱਚ ਹੀ ਆ ਜਾਂਦਾ ਹੈ ਵੀ ਦਾਇਰੇ ਦੇ ਵਿੱਚ ਉਹ ਕਹਿੰਦਾ ਮੇਰਾ ਦਾਇਰਾ ਨਹੀਂ ਉਹ ਕਹਿੰਦੇ ਮੇਰਾ ਦਾਇਰਾ ਨਹੀਂ ਹੈ ਤੇ ਉਹਦੇ ਵਿੱਚ ਕੁਝ ਇਸ਼ੂਜ਼ ਹੈ ਉਹ ਕਰਕੇ ਸੌਟ ਆਊਟ ਸਰ ਪੁੱਲ ਦੀ ਵੀ ਕਰਨਾ ਜੀ ਵੀ ਪੁੱਲ ਬਣ ਜੇ ਗੰਗਾ ਨਗਰ ਰੋਡ ਤੇ ਅੱਧੀ ਆਬਾਦੀ ਹੈ ਘਰੇ
ਰੇਲਵੇ ਬ੍ਰਿਜ ਰੇਲਵੇ ਦੇਖੋ ਰੇਲਵੇ ਬ੍ਰਿਜ ਦੀ ਫਾਈਲ ਮੈਂ ਹੁਣ ਫਾਈਨਲੀ ਤਿਆਰ ਕਰ ਲਈ ਹੈ ਤੇ ਮੈਂ ਮਤਲਬ ਸਰਕਾਰ ਨੂੰ ਭੇਜਣ ਜਾ ਰਿਹਾ, ਬਟ ਉਹਦੇ ਵਿੱਚ ਕੁਝ ਟੈਕਨੀਕਲ ਇਸ਼ੂਜ਼ ਹੈ, ਉਹ ਤਾਂ ਦੇਖੋ ਸਰਕਾਰ ਹੀ ਰਿਜ਼ੋਲਵ ਕਰੂਗੀ। ਪਰ ਮੈਂ ਸਰਕਾਰ ਨੂੰ ਆ ਵੀ ਕਿਹਾ ਵੀ ਸਾਨੂੰ ਕੋਈ ਆਲਟਰਨੇਟਿਵ ਤਾਂ ਦਿਓ ਨਾ। ਚਲੋ ਮੰਨ ਲਿਆ ਵੀ ਤੁਸੀਂ ਕਿਹਾ ਵੀ ਇੱਥੇ ਪੋਸੀਬਲ ਨਹੀਂ ਹੈ, ਹੁਣ ਜੇ ਨਹੀਂ ਪੋਸੀਬਲ ਤਾਂ ਆਪਾਂ ਕੀ ਕਰ ਸਕਦੇ, ਲੇਕਿਨ ਫਿਰ ਸਾਨੂੰ ਕੋਈ ਆਲਟਰਨੇਟਿਵ ਤਾਂ ਦਿੱਤਾ ਜਾਵੇ ਵੀ ਜਾਂ ਤਾਂ ਇੱਕ ਹੋਰ ਕੋਈ ਐਟਲੀਸਟ ਬਾਈਕਸ ਵਾਸਤੇ ਕੋਈ ਇੱਕ ਹੋਰ ਬਣਾ ਦਿਓ, ਜਾਂ ਕੋਈ ਉਹਦੀ ਲੋਕੇਸ਼ਨ ਚੇਂਜ ਕਰ ਦਿਓ, ਜਾਂ ਕੁਛ ਨਾ ਕੁਛ ਤਾਂ ਮਤਲਬ कैसे ਨਾਲ ਹੀ ਧਰਮਿੰਦਰ ਜੀ ਨੇ ਸਟੋਰੀ ਵੀ ਕੀਤੀ ਸੀ, ਗੰਗਾਨਗਰ ਰੋਡ ਤੇ ਲਾਈਟ ਨਹੀਂ ਹੈਗੀਆਂ ਜੀ, ਸਟਰੀਟ ਲਾਈਟ ਹਾਂਜੀ। ਲੱਗੀਆਂ ਹੋਈਆਂ ਪਰ ਮੰਡੀ ਬੋਰਡ ਨੇ ਉਹ ਕਰਨੀ ਹੈ। ਨਗਰ ਨਿਗਮ ਜਵਾਬ ਦੇ ਰਿਹਾ ਵੀ ਅਸੀਂ ਨਹੀਂ ਕਰਦੇ, ਮੰਡੀ ਬੋਰਡ ਵੱਲੋਂ ਵੀ ਕੁਝ ਨਹੀਂ ਹੋ ਰਿਹਾ। ਨਹੀਂ, ਲਾਈਟਸ ਦੀ ਦੇਖੋ ਦਿੱਕਤ ਚੱਲ ਰਹੀ ਹੈ। ਇੱਕ ਦਿੱਕਤ ਆ ਵੀ ਹੈ ਵੀ ਜਿਹੜੀ ਲਾਈਟਸ ਜਿਸ ਕੰਪਨੀ ਨੂੰ ਉਹ ਵੀ ਭਾਰਤ ਸਰਕਾਰ ਦੀ ਕੰਪਨੀ ਹੈ ਜਿਹਨੂੰ ਠੇਕਾ ਦਿੱਤਾ ਸੀ ਲਾਈਟਾਂ ਦਾ, ਜਿਨ੍ਹਾਂ ਨੇ ਲਾਈ ਸੀ ਮੇਨਟੇਨ ਕਰਨੀ ਸੀ, ਉਹ ਵੀ ਮਤਲਬ ਨਹੀਂ ਉਹਨੂੰ ਕਰ ਪਾ ਰਹੇ ਕੰਮ। ਪ੍ਰਯਾਸ ਕੀਤੇ ਜਾਂਦੀ ਹੈ ਨਹੀਂ, ਹੁਣ ਕਰਾਂਗੇ ਪ੍ਰਯਾਸ ਕਰਕੇ। ਸਰ ਇੱਕ ਆਲਮਗੜ੍ਹ ਬਾਈਪਾਸ ਤੇ ਬੜੇ ਐਕਸੀਡੈਂਟ ਹੁੰਦੇ ਆ, ਇੱਕ ਦੀ ਬਲੀ ਦਿੱਤੀ ਜਾਂਦੀ ਹੈ, ਹਾਂਜੀ। ਉੱਥੇ ਚੌਂਕ ਬਣ ਜੇ ਤਾਂ ਇਹ ਡਿਮਾਂਡ ਬੜੀ ਨਹੀਂ, ਉਹ ਮੇਰੇ ਨੋਟਿਸ 'ਚ ਉਹ ਵੀ ਗੱਲ ਆਈ ਹੈ। ਮੈਂ NHAI ਦੇ ਜਿਹੜੇ ਬਠਿੰਡਾ ਬੈਠਦੇ ਰੀਜਨਲ ਮੈਨੇਜਰ, ਮੈਂ SDM ਸਾਹਿਬ ਦੇ ਰਾਹੀਂ ਉਹਨਾਂ ਨੂੰ ਮੈਂ ਇੱਕ ਅਗਲੇ ਵਿਦਿਨ ਨੈਕਸਟ ਫਿਊ ਡੇਜ਼ ਰਿਪਰੈਜ਼ੈਂਟੇਸ਼ਨ ਦੇਵਾਂਗਾ ਵੀ ਉੱਥੇ ਜਾਂ ਤਾਂ ਚਾਰੋਂ ਪਾਸੇ ਕੋਈ ਸਪੀਡ ਬੰਪਸ ਬਣਾ ਕੇ ਜਾਂ ਜੋ ਵੀ ਹੈ ਕੋਈ ਐਕਸਟਰਾ ਲਾਈਟਸ ਜਾਂ ਕੋਈ ਬਲਿੰਕਿੰਗ ਲਾਈਟਸ ਵੀ ਉੱਥੇ ਮਤਲਬ ਪਿਛਲੇ ਮੇਰੇ ਖਿਆਲ ਮਹੀਨੇ ਦੇ ਵਿੱਚ ਐਵਰੇਜ ਤੋਂ ਜ਼ਿਆਦਾ ਐਕਸੀਡੈਂਟਸ ਹੋਏ ਨੇ। ਸ਼ਹਿਰ 'ਚ ਤਾਂ ਕਾਫੀ ਸੰਸਥਾਵਾਂ ਚੌਂਕ ਲੈਣ ਨੂੰ ਕਹਿੰਦੇ ਵੀ ਸਾਨੂੰ ਆਹ ਚੌਂਕ ਦੇ ਦਿਓ ਜੀ, ਉਹ ਚੌਂਕ ਦੇ ਦਿਓ, ਕਿਉਂਕਿ ਉੱਥੇ ਕਿਸੇ ਨੂੰ ਅਲਾਟ ਕਰ ਦਿਓ। ਉਹ ਸੈਂਟਰ ਵਰਕਸ ਦਾ ਜੀ ਇੱਕ ਵਾਰੀ ਬੰਨੇ ਜੀ, ਵੈਸੇ ਤਾਂ ਉਹਦੇ ਨਾਲ ਹੀ ਨਹੀਂ, ਉਹ ਉਹਨਾਂ ਨੂੰ ਪੁੱਛ ਲਾਂਗੇ ਜੀ ਕੀ ਉਹਨਾਂ ਦੇ ਕਾਨੂੰਨ ਕੀ। ਅੱਜ ਕੱਲ੍ਹ ਚੌਂਕਸ ਤਾਂ ਹਾਈਵੇਜ਼ ਦੇ ਉੱਤੇ ਤਾਂ ਮਨਾ ਮਤਲਬ ਉਹ ਖਤਮ ਸਿਸਟਮ ਬੈਨ ਹੀ ਹੋ ਗਿਆ ਜੀ, ਚੌਂਕ ਤਾਂ ਬਣਾ ਹੀ ਨਹੀਂ ਸਕਦੇ। ਪਰ ਕਰ ਲੈਂਦੇ ਅੱਜ ਥੈਂਕ ਯੂ।